श्री वाहिगुरु साहिब जी। सलोक महला पंजवा। सोए सुनंदड़ी मेरा तन मन मौला। नाम जपंदड़ी लाली। पंद जो लंदड़ी मेरा अंदर ठंडा। गुर दर्शन देख निहाली। सोए सुनंदड़ी मेरा तन मन मौला। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुई मनुआ सतगुर के दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सलोक महला पंजवा। राम कली की वार महला पंजवा। सरलेख हेठ ये पंजवें पातशाह धन धन सतगुरु श्री गुरु अर्जन देव साहब जी महाराज राम कली दी दूसरी वार अंदर 17वां श्लोक उच्चारण कर रहे हैं। सोए सुनंदड़ी मेरा तन मन मौला। हे परमेश्वर तेरी भगती दी शोभा सुन के मेरा तन शरीर अते मन हिरदा ये प्रफुल्लित हो जाता है। जिमें बसंत रुੱਤ ਦੇ ਵਿੱਚ मौली धरती मौलिया आकाश घट घट मौलिया आत्म प्रकाश राजा राम मौलिया अनंत भाए। इसी तरह जिवें धरती आकाश बनस्पति बसंत रुੱਤ ਦੇ ਵਿੱਚ प्रफुल्लित हो जाती है। जब मैं गुरुद्वारा साहब आउंदा हाँ इत्थे तेरी कीर्तन दे द्वारा कथा दे द्वारा शोभा हुंदी सुन के मन खिड़िया हरिया बाग हरे भरे बाग की तरह मन खिड़ के फुल गुलाब बन जाता। भगती दियाँ लपटां विचों निकलण लग पैंदियां सुगंधी आ जाती है। मन सुक्का हरिया होया मेरी जिंदड़ीए। धन सतगुरु नानक देव महाराज ने प्रतख संगला दीप दे राजे शिवनाभ दी चाहना दे करके ਉਹਦੇ ਦੇਸ਼ ਵਿੱਚ जद चरण पाए तो ਉਹਦੇ ਸੁੱਕੇ ਹੋਏ ਬਾਗ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋਏ।
12 ਸਾਲਾਂ ਤੋਂ ਸੁੱਕਾ ਪਿਆ ਬਾਗ ਗੁਰੂ ਸਾਹਿਬ ਦੇ ਚਰਨ ਪੈਣ ਦੇ ਨਾਲ ਹਰਿਆ ਭਰਿਆ ਹੋ ਗਿਆ। ਮਾਲਵੇ ਦੀ ਧਰਤੀ ਵਿੱਚ ਕੀ ਸੀਗਾ? ਰੇਤ ਹੀ ਰੇਤ, ਰੇਤ ਹੀ ਰੇਤ। ਕਲਗੀਧਰ ਕਹਿਣ ਲੱਗੇ, ਉਹ ਡੱਲਿਆ ਉਹ ਵੇਖ ਓਏ। ਕਹਿੰਦਾ ਜੀ ਕੀ? ਮਹਾਰਾਜ ਕਹਿੰਦੇ ਉਹ ਵੇਖ, ਉਹ ਕਮਾਦ ਲੱਗਾ ਹੋਇਆ ਓਏ, ਬੜੇ ਸੋਹਣੇ ਗੰਨੇ ਨੇ, ਜਾ ਭੰਨ ਕੇ ਲਿਆ। ਕਹਿੰਦਾ ਮਹਾਰਾਜ ਕਿਹੋ ਜਿਹੀਆਂ ਭੋਲੀਆਂ ਗੱਲਾਂ ਪਏ ਕਰਦੇ ਹੋ, ਇੱਥੇ ਗੰਨੇ ਕਿੱਥੇ ਜੀ, ਇੱਥੇ ਕਮਾਦ ਕਿੱਥੇ ਹੈ? ਉਹ ਤੇ ਸਰਕੜਾ ਹੈ ਮਹਾਰਾਜ, ਵੱਡੇ ਵੱਡੇ ਕਾਨੇ ਨੇ, ਉਹ ਕਮਾਦ ਨਹੀਂ ਹੈ। ਕਹਿੰਦੇ ਅੱਛਾ। ਫਿਰ ਗੁਰੂ ਸਾਹਿਬ ਜੀ ਕੁਛ ਕੁ ਚਿਰ ਬਾਅਦ ਕਹਿਣ ਲੱਗੇ, ਉਹ ਵੇਖ ਡੱਲਿਆ, ਉਹ ਵੇਖ ਕਣਕ ਪੱਕ ਕੇ ਕਿਆ ਸੋਹਣੀ ਤਿਆਰ ਹੋਈ ਹੈ, ਜਾਂ ਦਾਤੀ ਫੜ ਤੇ ਅਨਾਜ ਨੂੰ ਕੱਟ ਕੇ ਲੈ ਕੇ ਆ। ਕਿਆ ਸੋਹਣੇ ਕਣਕ ਦੇ ਬੂਟੇ ਮੋੜ ਰਹੇ ਨੇ, ਕਿਆ ਖਿੜੇ ਹੋਏ ਨੇ, ਪੱਕ ਕੇ ਤਿਆਰ ਹੋਏ ਨੇ। ਕਹਿੰਦਾ ਨਹੀਂ ਮਹਾਰਾਜ, ਇਹ ਤੁਹਾਨੂੰ ਭੁਲੇਖਾ ਹੈ, ਇੱਥੇ ਮਾਲਵੇ 'ਚ ਕਣਕ ਕਿੱਥੇ? ਸਾਡੇ ਵੇਖਦੇ ਹਾਂ ਲੋਕ ਬਾਜਰੇ ਦੀ ਰੋਟੀ ਖਾਂਦੇ ਹੁੰਦੇ ਆ। ਕਹਿੰਦਾ ਜੀ ਇਹ ਤਾਂ ਦੱਬ ਦੇ ਬੂਟੇ ਨੇ, ਦੱਬ ਦੇ। ਅੱਛਾ। ਫਿਰ ਮਹਾਰਾਜ ਮਿੰਟ ਕੁ ਬਾਅਦ ਕਹਿੰਦੇ ਉਹ ਵੇਖ ਉਹ ਡੱਲਿਆ, ਉਹ ਵੇਖ ਪਾਣੀ ਦੀਆਂ ਨਦੀਆਂ ਵਗ ਰਹੀਆਂ ਨੇ, ਕਿਆ ਸੋਹਣਾ ਉਹਦੇ ਵਿੱਚ ਜਲ ਹੈ, ਵੇਖ ਧਿਆਨ ਦੇ ਨਾਲ। ਕਹਿੰਦਾ ਰਹਿਣ ਦਿਓ ਮਹਾਰਾਜ, ਤੁਸੀਂ ਬਹੁਤ ਭੋਲੀਆਂ ਬਾਤਾਂ ਮਾਰਦੇ ਹੋ, ਬੜੀਆਂ ਗੱਲਾਂ ਤੁਹਾਡੀਆਂ ਭੋਲੇ ਭਾਲੇ ਵਾਲੀਆਂ। ਇੱਥੇ ਮਾਲਵੇ ਦੇ ਵਿੱਚ ਤਾਂ ਇੱਕ ਘੁੱਟ ਪਾਣੀ ਦੁਰਲੱਭ ਹੈ, ਨਦੀ ਦਾ ਕਿੱਥੇ ਪ੍ਰਵਾਹ ਹੋਣਾ ਹੈ? ਜਿਹੜੀ ਤੁਹਾਨੂੰ ਨਦੀ ਜਾਪ ਰਹੀ ਹੈ ਮਹਾਰਾਜ, ਇਹ ਤਾਂ ਭਖ ਲੱਗ ਰਹੇ ਨੇ। ਯਾਨੀ ਗਰਮੀ ਦੇ ਵਿੱਚ ਜਦ ਰੇਤ ਤਪਦੀ ਹੋਏ, ਮੈਂ ਕਈ ਵਾਰ ਗੱਡੀ 'ਤੇ ਬ੍ਰੇਕ ਮਾਰੀ ਹੈ, ਪੱਕੀ ਸੜਕ 'ਤੇ, ਲੁੱਕ ਵਾਲੀ ਸੜਕ ਵੀ ਇਉਂ ਜਾਪਦਾ ਵੀ ਅੱਗੇ ਨਦੀ ਆ ਗਈ, ਸਮੁੰਦਰ ਆ ਗਿਆ, ਆਪਾਂ ਤਾਂ ਡੁੱਬ ਜਾਣਾ। ਉਹ ਹੀਟ ਦੇ ਨਾਲ ਜਿਵੇਂ ਅੱਗ ਦੇ ਉੱਪਰ ਭਾਫ਼ ਉੱਡਦੀ ਹੈ, ਇਉਂ ਜਦ ਸਿਖਰ ਦੁਪਹਿਰੇ ਗਰਮੀ ਤਪਦੀ ਹੈ, ਉਦੋਂ ਉਹ ਪਾਣੀ ਦੀ ਤਰ੍ਹਾਂ ਪਤਾ ਨਹੀਂ ਕੀ ਜਾਪਦਾ ਦੂਰੋਂ, ਉਹਨੂੰ ਭਖ ਲੱਗਦਾ ਕਹਿੰਦੇ ਨੇ। ਰੇਤਲੇ ਇਲਾਕੇ ਵਿੱਚ ਤਾਂ ਬਹੁਤਾ ਹੀ ਭੁਲੇਖਾ ਪੈਂਦਾ ਹੈ। ਹਰਨ ਦੀ ਉਦਾਹਰਨ ਦਿੱਤੀ ਹੈ ਕਿ ਜਿਹੜਾ ਹਰਨ ਹੈ ਉਹ ਪਾਣੀ ਦੀ ਭਾਲ ਵਿੱਚ ਇਸ ਤਰ੍ਹਾਂ ਭਟਕਦਾ ਭਟਕਦਾ ਮਰ ਜਾਂਦਾ। ਜਦ ਡੱਲੇ ਨੇ ਤੀਸਰਾ ਬਚਨ ਵੀ ਮੋੜ ਦਿੱਤਾ, ਮਾਰੇ ਕਹਿੰਦੇ ਹੈ ਡੱਲੇ ਸਰਦਾਰ, ਜੇ ਤੂੰ ਸਾਡਾ ਤੀਜਾ ਬਚਨ ਵੀ ਨਾ ਮੋੜਦਾ ਤਾਂ ਅੱਜ ਹੀ ਸਭ ਕੁਝ ਹੋ ਜਾਣਾ ਸੀਗਾ। ਹੋਏਗਾ ਸਭ ਕੁਛ, ਪਰ ਟਾਈਮ ਆਉਣ ਦੇ ਤੂੰ ਨਹੀਂ ਵੇਖੇਗਾ। ਇੱਥੇ ਨਦੀਆਂ ਵੀ ਆਉਣਗੀਆਂ, ਕਣਕ ਵੀ ਉੱਗੇਗੀ ਤੇ ਕਮਾਦ ਵੀ ਹੋਏਗਾ, ਅੰਨ ਦਾਣਾ ਸਭ ਕੁਛ ਪੈਦਾ ਹੋਏਗਾ, ਪਰ ਤੂੰ ਨਹੀਂ ਦੇਖੇਗਾ। ਤੂੰ ਇਸ ਤਰ੍ਹਾਂ ਪ੍ਰਤੱਖ ਜਿਹੜੀ ਧਰਤੀ ਹੈ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਦ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਪ੍ਰਤੱਖ ਧਰਤੀ ਵੀ ਮੌਲ ਉੱਠਦੀ ਹੈ ਜਿੱਥੇ ਗੁਰੂ ਸਾਹਿਬਾਨ ਦੇ ਚਰਨ ਪੈ ਜਾਣ। ਪੰਜਾਬ ਦੀ ਧਰਤੀ ਕਿਉਂ ਖੁਸ਼ਹਾਲ ਹੈ? ਸਰਕਾਰ ਦੀ ਇਹਦੇ ਉੱਪਰ ਕਿਉਂ ਨਿਗਾਹ ਹੈ? ਕਿਉਂ ਬਰਬਾਦੀ 'ਤੇ ਲੱਗੀ ਹੋਈ ਹੈ? ਇਹਦੀ ਖੁਸ਼ਹਾਲੀ ਨੂੰ ਕਿਉਂ ਖਤਮ ਕਰਨਾ ਚਾਹੁੰਦੀ ਹੈ? ਆਮ ਜਗ੍ਹਾ ਦੇ ਨਾਲੋਂ ਵਰਲਡ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਪੰਜਾਬ ਕਿਉਂ ਖੁਸ਼ਹਾਲ ਹੈ? ਕਿਉਂਕਿ ਜਿਹੜਾ ਅਮੀਰ ਬੰਦਾ ਹੁੰਦਾ, ਚੋਰ ਚੱਕੇ ਤਾਂ ਉਹਨੂੰ ਹੀ ਪੈਂਦੇ ਨੇ। ਮਾੜੇ ਬੰਦੇ ਕੋਲ ਕਿਸੇ ਨੇ ਕੀ ਲੈਣਾ? ਪਤਾ ਵੀ ਰਕਸ਼ੇ ਵਾਲਾ 10 ਰੁਪਈਏ 20 ਰੁਪਈਏ ਹੋਣਗੇ ਦੀ ਜੇਬ 'ਚ। ਉਹ ਜਿਹੜੇ ਲਾਲੇ ਨੇ, ਸ਼ਾਹੂਕਾਰ ਨੇ, ਠੱਗ ਚੋਰ ਉਹਨਾਂ ਵਾਲੀ ਦੇਖਦੇ ਨੇ। ਅਮੀਰ ਬੰਦਿਆਂ ਨੂੰ ਹੀ ਲੋਕ ਕਿਹੜੀ ਨਿਗਾਹ ਨਾਲ ਤੱਕਦੇ ਔਰ ਉਹਨਾਂ ਨੂੰ ਹੀ ਲੁੱਟਣ ਦੀ ਕੋਸ਼ਿਸ਼ ਕਰਦੇ ਨੇ।
ਪਤਾ ਉਹਨਾਂ ਕੋਲੋਂ ਕੁਛ ਮਿਲ ਜਾਣਾ ਹੈ। ਈਰਖਾ ਵੀ ਵੱਡੇ ਬੰਦੇ ਨਾਲ, ਅਮੀਰ ਬੰਦੇ ਨਾਲ ਹੁੰਦੀ ਹੈ। ਤੋ ਇਸ ਵਾਸਤੇ ਇਹ ਜਿਹੜੀ ਪੰਜਾਬ ਦੀ ਧਰਤੀ ਹੈ, ਇਹਦਾ ਬੜਾ ਅਮੀਰ ਵਿਰਸਾ ਹੈ, ਬੜੀ ਖੁਸ਼ਹਾਲ ਹੈ। ਇਹੀ ਕਾਰਨ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੇ ਅਵਤਾਰ ਧਾਰਿਆ। ਪੀਰ ਪੈਗੰਬਰ ਔਲੀ ਅਵਤਾਰ, ਗੁਰੂਆਂ ਪੀਰਾਂ ਦੀ ਧਰਤੀ। ਸੋ ਗੁਰੂ ਮਹਾਰਾਜ ਦੇ ਚਰਨ ਪੈਣ ਤੋਂ ਇਹ ਧਰਤੀ ਵਿੱਚ ਖੁਸ਼ਹਾਲੀ ਹੈ ਤੇ ਦੁਨੀਆ ਈਰਖਾ ਕਰਦੀ ਹੈ। ਸੋ ਇਹ ਮਹਾਰਾਜ ਜਿਹੜਾ ਗੁਰਦੁਆਰਾ ਹੈ, ਇੱਥੇ ਤਾਂ ਨਿਰੋਲ ਹੀ ਤੇਰੀ ਸ਼ੋਭਾ ਹੋ ਰਹੀ ਹੈ। ਤੇਰਾ ਪਾਵਨ ਦਸਾਂ ਪਾਤਸ਼ਾਹੀਆਂ ਦਾ ਸਰੂਪ ਆਤਮਕ ਜੋਤ ਜੁਗੋ ਜੁਗੇ ਅਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਤੋਂ ਹੀ ਪ੍ਰਕਾਸ਼ ਹੈ। ਕਿੰਨੀ ਗੁਰੂ ਸਾਹਿਬ ਦੀ ਸੇਵਾ ਹੈ, ਕਿੰਨਾ ਸਤਿਕਾਰ ਹੈ। ਇੱਥੇ ਕਿਉਂ ਨਾ ਵਾਤਾਵਰਨ ਸ਼ੁੱਧ ਹੋਊਗਾ ਤੇ ਕਿਉਂ ਨਾ ਮਨ ਪ੍ਰਸੰਨ ਹੋਏਗਾ। ਤੇ ਇਸ ਲਈ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ, ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਇਹ ਮਹਾਰਾਜ ਆਪ ਦੀ ਸ਼ੋਭਾ ਸੁਣ ਕੇ, ਆਪ ਦੇ ਦਰਸ਼ਨ ਕਰਕੇ ਜਿਹੜਾ ਮੇਰਾ ਮਨ ਹੈ ਇਹ ਪ੍ਰਸੰਨ ਹੁੰਦਾ ਹੈ। ਘਰ ਦੇ ਵਿੱਚ ਤਾਂ ਨਿੰਦਿਆ ਚੁਗਲੀ 100 ਗੱਲਬਾਤ ਤੇ ਅਫਸੋਸ, ਮਨ ਦੇ ਵਿੱਚ ਚਿੰਤਾ, ਦੁੱਖ, ਕਲੇਸ਼, ਬੜਾ ਕੁਛ ਚੱਲਦਾ ਹੈ। ਪਰ ਗੁਰੂ ਘਰ ਦੇ ਵਿੱਚ ਇੱਕ ਨਾਨਕ ਕੈ ਘਰ ਕੇਵਲ ਨਾਮ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਕੇਵਲ ਨਾਮ। नाम के तारे खंड ब्रह्मांड, नाम के तारे आकाश पाताल, नाम के तारे सगले आकार, नाम के तारे पुरिया सब भवन, नाम कै संग उधरे सुन श्रवण। सो वाहिगुरु नाम की महिमा गुरुद्वारा साहिब विखे गुरु घर ਦੇ ਵਿੱਚ ਵਿਸ਼ੇਸ਼ ਹੁੰਦੀ ਹੈ। ਡੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਇਹ ਕਿਉਂ? ਇਹ ਜਗ੍ਹਾ ਦਾ ਹਿਸਾਬ ਨਹੀਂ ਕੀਤਾ ਹੈ, ਕਿਉਂਕਿ ਜਿੱਥੇ ਮਹਾਰਾਜ ਦਾ ਠੇ ਪੈਰ ਕੀਰਤਨ ਹੁੰਦਾ, ਮਹਾਰਾਜ ਦੀ ਸ਼ੋਭਾ ਹੁੰਦੀ, ਫਿਰ ਚਰਨ ਵੀ ਪੈਣ ਤੋਂ ਧਰਤੀ ਵੀ ਪਵਿੱਤਰ ਹੈ, ਸਭ ਕੁਝ ਨਾਲ ਹੀ ਹੈ। ਸੋ ਜਿਸ ਤਰ੍ਹਾਂ ਦਾ ਕੀਰਤਨ ਹਰਿਮੰਦਰ ਸਾਹਿਬ ਦੇ ਅੰਦਰ ਹੈ, ਐਸਾ ਕਿਤੇ ਨਾ ਹੋਣ ਕਰਕੇ ਹੀ ਮਹਾਰਾਜ ਨੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਇਹ ਪੰਕਤੀ ਉਚਾਰੀ ਹੈ। ਇਸ ਲਈ ਜਿਹੜੀ ਤੇਰੇ ਨਾਮ ਦੀ ਸ਼ੋਭਾ ਹੈ, ਭਗਤੀ ਦੀ ਕਣਸੋ ਹੈ, ਵਡਿਆਈ ਹੈ, ਉਹ ਗੁਰੂ ਘਰ ਹਮੇਸ਼ਾ ਹੁੰਦੀ ਰਹਿੰਦੀ ਹੋਣ ਕਰਕੇ ਗੁਰੂ ਘਰ ਦਾ ਵਾਤਾਵਰਨ ਸਵੱਛ ਹੁੰਦਾ। ਬਾਰਿਸ਼ ਹੇਠ ਜਾ ਕੇ ਕੇਵਲ ਇਸ਼ਨਾਨ ਕਰਨਾ ਹੁੰਦਾ ਤੇ ਆਪਣੇ ਆਪ ਹੀ ਜਿਹੜਾ ਤਨ ਮਨ ਹੈ ਉਹ ਸੀਤਲ ਹੋ ਜਾਂਦਾ। ਇਉਂ ਛਾਤੀ ਸੀਤਲ ਮਨ ਸੁਖੀ, ਛੰਦ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਮਹਾਰਾਜ ਤੇਰੀ ਭਗਤੀ ਦੀ ਸ਼ੋਭਾ ਸੁਣ ਕੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭੇ ਖਣਗਾ ਜਾਓ। ਤੇਰੇ ਦਰਸ਼ਨ ਕਰਕੇ ਮਨ ਵਿੱਚ ਚਾਓ, ਉਤਸ਼ਾਹ ਪੈਦਾ ਹੁੰਦਾ, ਸਰੀਰ ਤੇ ਹਿਰਦਾ ਪ੍ਰਫੁੱਲਤ ਹੋ ਜਾਂਦਾ ਹੈ। ਨਾਮ ਜਪੰਦੜੀ ਲਾਲੀ, ਅਰ ਤੇਰੇ ਨਾਮ ਨੂੰ ਜਪਣੇ ਕਰਕੇ ਗਿਆਨ ਦੀ ਲਾਲੀ, ਭਗਤੀ ਦੀ ਲਾਲੀ ਚੜ੍ਹ ਜਾਂਦੀ ਹੈ। ਗੁਰਮੁਖ ਲਾਲੋ ਲਾਲ ਹੈ, ਜਿਉ ਰੰਗ ਮਜੀਠ ਸ ਚੜਾਓ। ਲੋਕ ਮੂੰਹ ਨੂੰ ਲਾਲ ਰੰਗ ਲਾਉਂਦੇ ਨੇ, ਜੋ ਕਿ ਡੁਪਲੀਕੇਟ ਹੈ।
ਜਿਹੜਾ ਅੰਦਰੋਂ ਸੋਭਾ ਹੋਣੀ ਹੈ ਉਹ ਵੱਖਰੀ ਹੈ। ਸੋ ਜੋ ਹਿਰਦੇ ਵਿੱਚ ਮਹਾਰਾਜ ਦਾ ਨਾਮ ਹੈ, ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਲਾਲੀ, ਸੋ ਜਿਹੜਾ ਚਿਹਰਾ ਹੈ ਉਹਦੇ ਉੱਪਰ ਝਲਕਦੀ ਹੈ, ਗਿਆਨ ਦੇ ਭਗਤੀ ਦੀ ਲਾਲੀ ਚੜ੍ਹ ਜਾਂਦੀ ਹੈ। ਅੰਦ ਜੁਲੰਦੜੀ ਮੇਰਾ ਅੰਦਰ ਠੰਡਾ, ਤੇਰੇ ਸਤ ਸੰਗਤ ਗਿਆਨ ਰੂਪ ਰਸਤੇ ਉੱਤੇ ਜੁਲੰਦੜੀ ਤੁਰਦਿਆਂ ਹੋਇਆਂ ਚੱਲਦਿਆਂ ਹੋਇਆਂ ਮੇਰਾ ਹਿਰਦਾ ਅੰਦਰੋਂ ਠਰ ਜਾਂਦਾ, ਭਾਵ ਸ਼ੀਤਲ ਹੋ ਗਿਆ ਹੈ। ਗੁਰ ਦਰਸ਼ਨ ਦੇਖ ਨਿਹਾਲੀ, ਅਤੇ ਗੁਰਾਂ ਦੇ ਸਹਿਤ ਹੋ ਗਈ ਹੈ। ਕਿੱਥੇ ਗੁਰ ਦਰਸ਼ਨ ਦੇਖ ਨਿਹਾਲੀ, ਅਤੇ ਗੁਰਾਂ ਦਾ ਦਰਸ਼ਨ ਦੀਦਾਰ ਵੇਖ ਕਰਕੇ ਚਿੱਤ ਦੀ ਬਿਰਤੀ, ਹਾਲ ਨਾਮੇ ਦੁੱਖਾਂ ਦਾ, ਨੀ ਨਾਮੇ ਰਹਿਤ ਦਾ, ਦੁੱਖਾਂ ਤੋਂ ਰਹਿਤ ਭਾਵ ਪ੍ਰਸੰਨਤਾ ਦੇ ਸਹਿਤ ਹੋ ਗਈ ਹੈ। ਜਾਂ ਸਤਿਗੁਰਾਂ ਦੁਆਰਾ ਤੇਰੇ ਸੱਚ ਸਰੂਪ ਦੇ ਦੀਦਾਰ ਕਰਕੇ ਹੇ ਵਾਹਿਗੁਰੂ ਚਿੱਤ ਦੀ ਬਿਰਤੀ ਨਿਹਾਲ ਹੋ ਗਈ ਹੈ। ਸੋ ਹੀ ਮਹੱਲਾ ਪੰਜਵਾ। ਮੇਰੀ ਜ਼ਿੰਦਗੀ ਤੇਰੇ ਦਰਸ਼ਨਾਂ ਵਿੱਚ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾ, ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕੇ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਰਦਾਸ, ਪੂਰਨ ਗੁਣਤਾਸ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਹਾਰੀ ਸਤਿਗੁਰ ਚਰਨ, ਜੀਅ ਕੇ ਦਾਤੇ ਪ੍ਰੀਤਮ ਬ੍ਰਹਮ ਮੇਰੇ, ਮਨ ਜੀਵੈ ਪ੍ਰਭੁ ਨਾਮ ਚ ਤੇਰੇ। हे ਵਾਹਿਗੁਰੂ, हे ਮਹਾਰਾਜ, ਗੁਰਾਂ ਦੀ ਦਰਸ਼ਨ ਕਰਕੇ ਦੇਖ ਕੇ ਮੇਰੀ ਬਿਰਤੀ ਪ੍ਰਸੰਨ ਹੋ ਗਈ ਹੈ, ਕਿਉਂਕਿ ਦਰਸ਼ਨਾਂ ਦੇ ਨਾਲ ਜੀਵਨ ਪਲਟ ਜਾਂਦਾ ਹੈ। ਬੀਬੀ ਸੂਰਤੀ ਨਾਮ ਦੀ ਇੱਕ ਲੜਕੀ ਭਾਈ ਆਕਲ ਦੀ ਸੁਪੁੱਤਰੀ, ਜਿਸ ਵਕਤ ਤੁਗਲਾਣੀ ਪਿੰਡ ਤੋਂ ਪੇਕੇ ਘਰ ਤੋਂ ਵਿਆਹ ਕੇ ਆਪਦੇ ਸਹੁਰੇ ਘਰ ਵੱਡੇ ਘਰ ਜਾ ਰਹੀ ਸੀ। ਉਹਦਾ ਪਤੀ ਭਾਈ ਸਾਧੂ, ਸਹੁਰਾ ਪਰਿਵਾਰ ਸਖੀ ਸਰਵਰ ਦਾ ਪੁਜਾਰੀ ਹੋਣ ਕਰਕੇ ਮਨ ਵਿੱਚ ਬੜੀ ਚਿੰਤਾ ਸੀ ਕਿ ਕੀ ਬਣੇਗਾ ਮੇਰਾ, ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਕਿਉਂਕਿ ਉਸ ਸਮੇਂ ਪੰਡਤ ਬ੍ਰਹਮ ਰਿਸ਼ਤਾ ਕਰਦੇ ਹੁੰਦੇ ਸਨ। ਗੁਰੂ ਸਾਹਿਬ ਦਾ ਨਾਮ ਜਪਦੀ ਜਦ ਜਾ ਰਹੀ ਸੀ ਤਾਂ ਕੁਦਰਤੀ ਅੰਮ੍ਰਿਤ ਵੇਲੇ ਬਰਾਤ ਤੁਰੀ, ਤਾਂ ਆ ਵੇਲਾ 6:15 ਦਾ ਟਾਈਮ ਹੋਊਗਾ, ਤੇ ਆਸਾ ਦੀ ਵਾਰ ਦੇ ਕੀਰਤਨ ਦੀ ਆਵਾਜ਼ ਉਹਦੇ ਕੰਨੀ ਪਈ। ਜਿੱਥੇ ਭਾਈ ਕੀ ਡੋਲੀ ਹੈ, ਇੱਥੇ ਜਦ ਉਹਦੀ ਡੋਲੀ ਜਾ ਰਹੀ ਸੀ, ਸੋਚਿਆ ਮਨਾ ਇਹੋ ਜਿਹਾ ਕੀਰਤਨ ਦਾ ਗੁਰੂ ਦਰਬਾਰ 'ਚ ਹੁੰਦਾ ਕੁਹਾਰਾਂ ਨੂੰ ਗਿਆ, ਜਿੱਥੋਂ ਆਵਾਜ਼ ਆ ਰਹੀ ਮੈਨੂੰ ਉੱਥੇ ਲਿਜਾਓ। ਕਹਿੰਦੇ ਨਹੀਂ ਬੀਬੀ ਭੈਣਾ, ਸਾਨੂੰ ਹੁਕਮ ਨਹੀਂ ਹੈ। ਕਹਿੰਦੀ ਆ ਲਓ ਫੜੋ, ਗਹਿਣੇ ਲੈ ਲਓ ਤੇ ਵੀਰ ਬਣ ਕੇ ਦਰਸ਼ਨ ਕਰਾਓ। ਗੁਰਦੁਆਰੇ ਮੱਥਾ ਤਾਂ ਟੇਕੀਏ। ਅੱਗੇ ਗਈ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ, ਬੜੇ ਵੱਡੇ ਭਾਗ, ਮੱਥਾ ਟੇਕ ਕੇ ਬੈਠ ਗਈ। ਭੋਗ ਤੋਂ ਬਾਅਦ ਗੁਰੂ ਸਾਹਿਬ ਕਹਿਣ ਲੱਗੇ, ਬੀਬੀ ਤੂੰ ਕੌਣ ਹੈ? ਕੱਪੜੇ ਤੇਰੇ ਵਿਆਹ ਵਾਲੇ ਨੇ, ਤੂੰ ਵਿਆਹੀ ਨਾ ਵਿਆਹੀ ਬੀਬੀ ਜਾਪਦੀ ਹੈ, ਤੇ ਹੈ ਤੂੰ ਇਕੱਲੀ, ਤੇਰਾ ਪਤੀ ਕਿੱਥੇ ਆ? ਉਹਨੇ ਸਾਰੀ ਗੱਲ ਗੁਰੂ ਸਾਹਿਬ ਨੂੰ ਸੱਚੀ ਕਹਿ ਸੁਣਾਈ।
ਮਹਾਰਾਜ ਕਹਿੰਦੇ ਵੀ ਹੁਣ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਆ ਗਈ ਹੈ ਤੇ ਤੈਨੂੰ ਸਿੱਖੀ ਨਾਮਦਾਨ ਅੱਗੇ ਪੇਕੇ ਘਰ ਦੇ ਵਿੱਚ ਤਾਂ ਸੀ, ਸਹੁਰੇ ਪਰਿਵਾਰ ਨੂੰ ਵੀ ਦਿੱਤਾ। ਇੰਨੇ ਚਿਰ ਨੂੰ ਭਾਈ ਸਾਧੂ ਆ ਗਿਆ, ਆਇਆ ਗੁੱਸੇ ਵਿੱਚ, ਪਰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਵੀ ਨਿਹਾਲ ਹੋ ਗਿਆ। ਨਮਸਕਾਰ ਕੀਤੇ, ਕੁਝ ਬੋਲ ਨਾ ਸਕਿਆ। ਸੀ ਭਾਵੇਂ ਪੀਰਾਂ ਦਾ ਪੁਜਾਰੀ, ਪਰ ਗੁਰੂ ਜੀ ਦਾ ਪ੍ਰਤਾਪ ਹੀ ਇੰਨਾ ਸੀ ਵੀ ਚੰਗਾ ਭਲਾ ਬੰਦਾ ਮਹਾਰਾਜ ਦੇ ਪੈਰੀਂ ਪੈ ਜਾਂਦਾ। ਸਾਹਿਬਾਂ ਨੇ ਉਹਨੂੰ ਪਿਆਰ ਨਾਲ ਸਮਝਾਇਆ, ਆਖਿਆ ਤੁਸੀਂ ਮੁਸਲਮਾਨਾਂ ਦੀ ਪੂਜਾ ਕਰਦੇ ਹੋ, ਜਿਹੜੇ ਤੁਹਾਨੂੰ ਲੁੱਟ ਕੇ ਖਾ ਰਹੇ ਨੇ, ਤੁਹਾਡੀ ਜਾਨ ਦਾ ਖਾਓ ਬਣੇ ਹੋਏ ਨੇ। ਆ ਵੇਖ ਬੀਬੀ ਜਿਹੜੀ ਤੇਰੇ ਨਾਲ ਵਿਆਹੀ ਗਈ ਹੈ, ਇਹਦਾ ਪੇਕਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਣ ਪੂਜਣ ਵਾਲਾ ਹੈ, ਤੇ ਤੁਸੀਂ ਵੀ ਗੁਰੂ ਘਰ ਦੇ ਸ਼ਰਧਾਲੂ ਬਣੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਨਾਲ ਉਹਦਾ ਮਨ ਸਿੱਧਾ ਹੋ ਗਿਆ, ਸੱਚਮੁੱਚ ਹੀ ਉਹ ਸਾਧੂ ਬਣ ਗਿਆ। ਚਰਨ ਬੋਲ ਲਈ, ਸਿੱਖੀ ਧਾਰਨ ਕੀਤੇ। ਸਾਹਿਬਾਂ ਨੇ ਵਰ ਦਿੱਤਾ ਕਿ ਤੁਹਾਡੇ ਘਰ ਤੁਹਾਨੂੰ ਤਾਂ ਸਿੱਖੀ ਪ੍ਰਾਪਤ ਹੋ ਗਈ, ਤੇ ਸੁੰਦਰ ਸਰੂਪ ਵਾਲਾ ਸਿੱਖੀ ਨੂੰ ਜਨਮ ਤੋਂ ਹੀ ਪ੍ਰਾਪਤ ਭਾਈ ਰੂਪਾ ਨਾਮ ਦਾ ਪੁੱਤਰ ਪੈਦਾ ਹੋਏਗਾ, ਉਹਦਾ ਨਾਮ ਰੂਪਾ ਹੀ ਰੱਖਣਾ। ਇਹ ਮਹਾਰਾਜ ਨੇ ਕਿਰਪਾ ਕਰ ਦਿੱਤੀ। ਸੋ ਗੁਰੂ ਸਾਹਿਬ ਦੇ ਜੇ ਦਰਸ਼ਨ ਨਾ ਹੁੰਦੇ ਤਾਂ ਬੀਬੀ ਦੀ ਸਾਰੀ ਉਮਰ ਰੋਂਦਿਆਂ ਹੀ ਬਤੀਤ ਹੋ ਜਾਣੀ ਸੀ, ਪਰ ਮਹਾਰਾਜ ਨੇ ਵੇਖੋ ਦੇ ਕਰਮ ਕੱਟ ਦਿੱਤੇ। ਇਸ ਤਰ੍ਹਾਂ ਗੁਰਦੁਆਰੇ ਆਉਣਾ ਲਾਜ਼ਮੀ ਹੁੰਦਾ ਹੈ। ਤੁਸੀਂ ਜਪਜੀ ਸਾਹਿਬ ਭਾਵੇਂ ਪੜ੍ਹੋ ਨਾ ਪੜ੍ਹੋ, ਪਾਠ ਕਰੋ ਜਾਂ ਨਾ ਕਰੋ, ਪਰ ਗੁਰੂ ਘਰ ਆਉਣਾ ਕੰਪਲਸਰੀ ਹੈ। ਕਿਉਂਕਿ ਜੇ ਆਵਾਂਗੇ ਤਾਂ ਹੀ ਪੜ੍ਹਨ ਦਾ ਮਨ ਵਿੱਚ ਚਾਅ, ਉਤਸ਼ਾਹ, ਸ਼ੌਂਕ ਪੈਦਾ ਹੋਏਗਾ। ਜੇ ਆਵਾਂਗੇ ਹੀ ਨਹੀਂ ਤਾਂ ਬਾਣੀ ਸੁਣਾਂਗੇ ਕੀ, ਪੜਾਂਗੇ ਕੀ, ਵਿਚਾਰਾਂਗੇ ਕੀ। ਸੋ ਪਹਿਲਾ ਸਟੈਪ ਤਾਂ ਇਹ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਨ ਸੁਬਾਣੀ, ਪੀਵੋ ਅੰਮ੍ਰਿਤ ਸਦਾ ਰੋਹਾ ਰੰਗ, ਜਪਿਓ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਹਿਲਾਂ ਆਓ, ਆਉਣ ਤੋਂ ਬਾਅਦ ਹੀ ਬਾਣੀ ਗਾਓ। ਜੇ ਆਇਓ ਹੀ ਨਹੀਂ ਤਾਂ ਗਾਵਾਂਗੇ ਕਿਹਨੂੰ? ਜਿੰਨਾ ਚਿਰ ਵੇਖਿਆ ਹੀ ਨਹੀਂ ਉਹਦੀ ਸਿਫਤ ਆਪਾਂ ਕੀ ਕਰਾਂਗੇ? ਲੋਕ ਕਹਿੰਦੇ ਨੇ ਕਿ ਨਾਮ ਜਪਣ ਤੋਂ ਬਾਅਦ ਰੱਬ ਦੇ ਦਰਸ਼ਨ ਹੁੰਦੇ ਨੇ, ਪਰ ਸੰਤਾਂ ਭਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਰੱਬ ਨੂੰ ਵੇਖਿਆ ਹੈ, ਵੇਖਣ ਤੋਂ ਬਾਅਦ ਗੁਰਬਾਣੀ ਵਿੱਚ ਉਹਦੀ ਸਿਫਤ ਗਾਈ ਹੈ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾਦ ਸਮਾਈ ਲੋਰੇ, ਤੇ ਸਤਿਗੁਰ ਭੇਟ ਲੈ ਦੇਵਾ, ਜੈ ਚਿਲ ਮਿਲ ਕਾਰ ਦਸੰਦਾ, ਤੇ ਅਨਹਦ ਸ਼ਬਦ ਵਜੰਦਾ। ਮੋਟੀ ਜੀ ਗੱਲ ਹੈ। ਧੰਨੇ ਨੇ ਵੇਖੋ ਕਿੱਥੋਂ ਅੰਮ੍ਰਿਤ ਛਕਿਆ ਸੀਗਾ, ਅੰਮ੍ਰਿਤ ਛਕਿਆ ਨਹੀਂ ਉਹਨੇ। ਜਪਜੀ ਸਾਹਿਬ ਦਾ ਉਹਨੂੰ ਪਤਾ ਹੀ ਨਹੀਂ ਸੀ ਵੀ ਜਪਜੀ ਸਾਹਿਬ ਵੀ ਹੈ। ਕੋਈ ਉਹਨੇ ਬਾਣੀ ਪੜ੍ਹੀ, ਕੋਈ ਵਾਹਿਗੁਰੂ ਆਖਿਆ ਉਹਨੇ। ਹਾਂ, ਉਹਦੇ ਗੁਰੂ ਨੇ ਜਿਹੜਾ ਨਾਮ ਦਿੱਤਾ ਉਹਦੇ ਦੁਆਰਾ ਉਹਨੇ ਪ੍ਰਭੂ ਦਾ ਧਿਆਨ ਜ਼ਰੂਰ ਧਾਰਿਆ। ਪਰ ਸਾਧ ਸੰਗਤ ਜੀਓ, ਉਹ ਸਾਡੇ ਵਾਂਗ ਨਾ ਤਾਂ ਉਹਨੇ ਬਹੁਤੀ ਜ਼ਿਆਦਾ ਮਿਹਨਤ ਮਸ਼ੱਕਤ ਕੀਤੀ, ਤੇ ਨਾ ਹੀ ਬਹੁਤਾ ਜ਼ਿਆਦਾ ਜਪ ਤਪ ਕਰਨ ਦਾ ਜੱਟਾਂ ਕੋਲ ਟਾਈਮ ਹੀ ਹੁੰਦਾ। ਭਾਵੇਂ ਪੁਰਾਣੇ ਜਨਮਾਂ ਦੀ ਭਗਤੀ ਸੀਗੀ, ਪਰ ਇੱਕ ਭਰੋਸਾ, ਦ੍ਰਿੜ ਵਿਸ਼ਵਾਸ। ਸੋ ਵਾਹਿਗੁਰੂ ਦੇ ਉੱਪਰ ਯਕੀਨ ਕਿਵੇਂ ਰੱਖਣਾ ਹੈ, ਇੱਕ ਮਨ ਵਿੱਚ ਸ਼ੌਂਕ ਪੈਦਾ ਕੀਤਾ ਕਿ ਮੈਨੂੰ ਦੇਖਣਾ ਹੈ, ਵੇਖ ਕੇ ਫਿਰ ਉਹਨੂੰ ਰੋਟੀ ਖਵਾਉਣੀ ਹੈ। ਤੋ ਇਸ ਭਾਵਨਾ ਦੇ ਨਾਲ ਹੀ ਉਹਨੇ ਵੇਖੋ ਰੱਬ ਨੂੰ, ਪਰਮਾਤਮਾ ਨੂੰ ਪਾ ਲਿਆ। ਅਸੀਂ ਪਾਠ ਦਾ ਸਾਰੀ ਉਮਰ ਕਰਦੇ ਰਹਿੰਦੇ ਹਾਂ, ਪਰ ਸਾਨੂੰ ਇਹਦਾ ਮਤਲਬ ਨਹੀਂ ਪਤਾ ਵੀ ਪੜ੍ਹਦੇ ਕਾਹਦੇ ਲਈ ਆ। ਨਾ ਤਾਂ ਝੂਠ ਬੋਲਣਾ ਛੱਡਦੇ ਆ। ਸਭ ਤੋਂ ਪਹਿਲਾਂ ਉਹਨੇ ਆਪਦਾ ਮਨ ਸਿੱਧਾ ਕੀਤਾ। ਬਾਹਮਣ ਝੂਠਾ ਸੀਗਾ ਤੇ ਛਲੀਆ ਸੀਗਾ, ਉਹਦੀ ਸਾਰੀ ਉਮਰ ਲੰਘ ਗਈ, ਵੇਖੋ ਰੱਬ ਨਹੀਂ ਮਿਲਿਆ। ਤੇ ਧੰਨੇ ਨੇ ਪਹਿਲਾਂ ਉਗਣ ਛੱਡੇ ਨੇ, ਭਰੋਸਾ ਰੱਖਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਸਾਡਾ ਸਾਰਾ ਕੁਝ ਨਾਲੋਂ ਨਾਲ ਹੀ ਚੱਲਦਾ, ਠੱਗੀ ਵੀ, ਚੋਰੀ ਵੀ, ਛਲ ਵੀ, ਫਰੇਬ ਵੀ, ਝੂਠ ਵੀ, ਪਾਠ ਵੀ। ਤਾਈਓ ਕੋਈ ਫਾਇਦਾ ਨਹੀਂ ਹੁੰਦਾ। ਕ੍ਰੋਧ ਵੀ ਨਾਲੋਂ ਨਾਲ ਹੀ। ਜਿੰਨੀ ਭਗਤੀ ਕਰੀਦੀ ਹੈ ਉਹ ਗੁੱਸੇ 'ਚ ਉਨੀ ਗਾਲਾਂ ਗੁਣਾ ਕੱਢ ਕੇ ਖਤਮ ਕਰ ਲਈਦੀ ਹੈ।
ਤੋ ਇਸ ਵਾਸਤੇ ਜੇ ਰਸਨਾ ਦੇ ਵਾਹਿਗੁਰੂ ਦਾ ਨਾਮ ਨਹੀਂ ਤਾਂ ਫਿਰ ਹਿਰਦੇ 'ਚ ਕਿਵੇਂ ਲਊਗਾ। ਪਾਤਸ਼ਾਹ ਦੀ ਕਿਰਪਾ ਹੋਵੇ, ਬਾਣੀ ਦੇ ਉੱਪਰ ਅਮਲ ਹੋਵੇ। ਧੰਨੇ ਭਗਤ ਨੇ ਪਹਿਲਾਂ ਰੱਬ ਨੂੰ ਦੇਖਿਆ ਹੈ, ਉਹਦੇ ਦਰਸ਼ਨ ਕੀਤੇ ਨੇ, ਉਸ ਤੋਂ ਬਾਅਦ ਉਹਨੇ ਉਹਦੀ ਸਿਫਤ ਗਾਈ ਹੈ। ਆਰਤੀ ਉਹਨੇ ਬਾਅਦ 'ਚ ਕੀਤੀ ਹੈ ਤੇ ਸਾਡੀ ਸਾਰੀ ਉਮਰ ਹੀ ਆਰਤੀ ਕਰਦਿਆਂ ਲੰਘ ਗਈ, ਆਪਾਂ ਨੂੰ ਕਦੀ ਮਹਾਰਾਜ ਦਿਖਿਆ ਹੀ ਨਹੀਂ। ਉਹ ਵੀ ਮਹਾਰਾਜ ਨੇ ਆਪ ਆਖਿਆ, ਕਹਿੰਦੇ ਧੰਨਿਆ ਤੂੰ ਕਿਸ ਤਰ੍ਹਾਂ ਦਾ ਮੈਨੂੰ ਦੇਖਿਆ, ਜਿਸ ਤਰ੍ਹਾਂ ਦਾ ਨਿਰਖਿਆ ਪਰਖਿਆ ਵੇਖਿਆ, ਕੁਝ ਬੋਲ ਤਾਂ ਸਹੀ। ਕਹਿੰਦਾ ਜੀ ਵੈਸੇ ਤਾਂ ਮੈਨੂੰ ਕੁਛ ਆਉਂਦਾ ਨਹੀਂ, ਕਿਉਂਕਿ ਮੈਂ ਤਾਂ ਪੜ੍ਹਿਆ ਲਿਖਿਆ ਨਹੀਂ ਤੇ ਨਾ ਹੀ ਮੈਨੂੰ ਕੁਛ ਆਉਂਦਾ ਜਾਂਦਾ, ਪਰ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਫਿਰ ਚੰਗਾ ਹੁਣ ਆਰਤਾ ਕਰਦੇ ਆ, ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾ ਸਵਾਰਤਾ। ਸੋ ਪਹਿਲੋਂ ਪਾਇਆ ਬਾਬੇ ਬਖਸ਼ਦਰ, ਪਿੱਛੋਂ ਦੇ ਕਰ ਘਾਲ ਕਮਾਈ। ਬਾਬੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਮਨ ਵਿੱਚ ਵੀ ਰੱਬ ਦੇ ਦਰਸ਼ਨਾਂ ਦੀ ਇੰਨੀ ਤਮੰਨਾ ਸੀਗੀ ਕਿ ਉਹ ਸਾਰੇ ਕੰਮ ਛੱਡ ਕੇ ਆਪਦੇ ਧੀਆਂ ਪੁੱਤ, ਨੌਕਰੀ ਪੇਸ਼ਾ, ਦੁਕਾਨ, ਮੱਝਾਂ ਗਾਵਾਂ, ਪਿਓ ਦੀ ਅਮੀਰੀ, ਪੈਸਾ, ਸਭ ਕੁਝ ਛੱਡ ਕੇ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ ਵੀ ਪਹਿਲਾਂ ਰੱਬ ਨੂੰ ਮਿਲ ਕੇ ਆਉਣਾ ਹੈ। ਗੁਰੂ ਸਾਹਿਬ ਬੜੇ ਉਦਾਸੀਨ ਬਿਰਤੀ ਵਿੱਚ ਰਹਿੰਦੇ ਸਨ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਕਹਿੰਦੇ ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਜਿਤ ਦਾਰੂ ਰੋਗ ਉੱਠਿਆ ਤੇ ਜਿਤ ਵੰਜਿਆ ਰੋਗਾ ਕਾਣ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ। ਇਹ ਵੈਦ ਤੈਨੂੰ ਕੀ ਪਤਾ ਕਿ ਕਰਕ ਕਲੇਜੇ ਮਾਹੇ, ਮੇਰੇ ਹਿਰਦੇ ਵਿੱਚ ਵਿਛੋੜੇ ਦਾ ਦੁੱਖ ਹੈ, ਮੈਂ ਰੱਬ ਨਾਲ ਵਿਛੜਿਆ ਹੋਇਆ, ਮੈਨੂੰ ਦਿਖਦਾ ਨਹੀਂ ਹੈ। ਸੋ ਭਾਵੇਂ ਖੁਦ ਪਰਮਾਤਮਾ ਸੀਗੇ ਪਰ ਫਿਰ ਵੀ ਪਿਆਰ ਜਨਾਇਆ। 3 ਦਿਨ ਲਗਾਤਾਰ ਵਾਹਿਗੁਰੂ ਜੀ ਦੇ ਚਰਨਾਂ 'ਚ ਰਹੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਤੂੰ ਜਾਂਦਾ ਹੀ ਨਹੀਂ, ਤੂੰ ਜਾ। ਕਹਿੰਦੇ ਕਿੱਥੇ ਜਾਵਾਂ? ਕਹਿੰਦੇ ਜਿੱਥੇ ਤੈਨੂੰ ਭੇਜਿਆ ਸੀਗਾ। ਕਹਿੰਦੇ ਮਹਾਰਾਜ ਦਿਲ ਨਹੀਂ ਲੱਗਦਾ। ਨਹੀਂ ਬਈ ਜਾਣਾ ਤਾਂ ਪਊਗਾ ਹੀ, ਦਿਲ ਲੱਗੇ ਨਾ ਲੱਗੇ, ਹੁਣ ਕੰਮ ਤਾਂ ਕਰਨਾ ਹੀ ਪੈਂਦਾ ਨਾ, ਸੇਵਾ ਤਾਂ ਕਰਨੀ ਪੈਂਦੀ ਆ, ਮਨ ਤਾਂ ਲਾਉਣਾ ਪਊਗਾ। ਕਹਿੰਦੇ ਤੁਹਾਥੋਂ ਬਗੈਰ ਦਿਲ ਨਹੀਂ ਲੱਗਦਾ। ਤੇ ਫਿਰ ਸੰਸਾਰ ਦੀ ਮਰਿਆਦਾ ਹੈ ਕਿ ਜਿੰਨਾ ਚਿਰ ਆਪ ਗੁਰੂ ਨਾ ਧਾਰਿਆ ਹੋਵੇ ਦੂਸਰੇ ਨੂੰ ਉਪਦੇਸ਼ ਨਹੀਂ ਦੇਈਦਾ। ਜੋ ਕੁਛ ਆਪ ਸਰਵਣ ਕਰਾਉਂਗੇ ਤੇ ਮੈਂ ਉਹੀ ਕੁਛ ਸਰਵਣ ਕਰਾਵਾਂਗਾ। ਫਿਰ ਵਾਹਿਗੁਰੂ ਜੀ ਨੇ ਮਹਾ ਮੰਤਰ ਬਖਸ਼ਿਆ, ਗੁਰ ਪ੍ਰਸਾਦ ਤੱਕ ਆਖਿਆ ਕਿ ਜਿਹਦੇ ਨਾਲ ਦਿਲ ਲੱਗਣਾ ਉਹ ਹੁਣ ਬਾਣੀ ਉਚਾਰੋ, ਜਿਹਦੇ ਵਿੱਚ ਸਾਡੇ ਗੁਣ ਹੋਣ। ਫਿਰ ਬਾਬੇ ਨਾਨਕ ਨੇ ਜਾਪ ਉਚਾਰਿਆ, ਖੇਤੀ ਛੁੱਟੀ ਨਾਲ ਕਹਿ ਕੇ ਵਾਹਿਗੁਰੂ ਦੇ ਸਨਮੁਖੀ ਜਪਜੀ ਸਾਹਿਬ ਸੰਪੂਰਨ ਕੀਤਾ। ਉਸ ਤੋਂ ਬਾਅਦ ਸੰਸਾਰ ਵਿੱਚ ਆ ਕੇ ਕੀਰਤਨ ਦੇ ਦੁਆਰਾ ਭਗਤੀ ਕਰਦੇ ਰਹੇ, ਪ੍ਰਮਾਤਮਾ ਦੀ ਸਿਫਤ ਗਾਉਂਦੇ ਰਹੇ, ਜਿਹਦੇ ਨਾਲ ਮਨ ਜੁੜਿਆ ਰਿਹਾ। ਹਮੇਸ਼ਾ ਹੀ ਵਾਹਿਗੁਰੂ ਦੇ ਵੈਰਾਗ ਤੇ ਪ੍ਰੇਮ ਦੇ ਵਿੱਚ ਵਿਚਰਦੇ ਰਹਿੰਦੇ। ਤਾਂ ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਪਹਿਲਾਂ ਵਾਹਿਗੁਰੂ ਜੀ ਦੇ ਦਰਸ਼ਨ ਪਾਏ ਨੇ, ਭਾਵੇਂ ਖੁਦ ਪਰਮਾਤਮਾ ਸੀਗੇ। ਕਬੀਰ ਜੀ, ਨਾਮਦੇਵ ਜੀ, ਸਭਨਾ ਸੰਤਾਂ ਭਗਤਾਂ ਨੂੰ ਜਿਸ ਤਰ੍ਹਾਂ ਨਾਮਦੇਵ ਨੇ ਦੁੱਧ ਪਿਲਾਇਆ, दूध पियो गोबिंदे राय, दूध पियो मेरो मन बधी आए। छोटी जी उम्र ਦੇ ਵਿੱਚ ਬੱਚਾ ਹੀ ਸੀਗਾ, ਕੰਮ ਕਿਤੇ ਪਿਓ ਚੱਲਿਆ। ਨਾਮਦੇਵ ਨੂੰ ਆਕਸਦ ਆਇਆ, ਆਖਿਆ ਨਾਮਦੇਵ ਨਾਨਾ ਕਿਤੇ ਚੱਲਿਆ ਸੀ ਵੀ ਦੁੱਧ ਦਾ ਭੋਗ ਲਵਾ ਦੇਂ। ਉਹਨਾਂ ਨੂੰ ਕੀ ਪਤਾ ਸੀਗਾ, ਉੱਥੇ ਬੈਠਾ ਰਿਹਾ। ਕਹਿੰਦਾ ਮਹਾਰਾਜ ਮੈਂ ਤੋਂ ਦੁੱਧ ਪੀਂਦਾ ਹੀ ਨਹੀਂ, ਕੀ ਗਲਤੀ ਹੋ ਗਈ? ਦੁੱਧ ਪੀ ਮਹਾਰਾਜ, ਮੇਰਾ ਮਨ ਪ੍ਰਸੰਨ ਹੋਏ, ਮੈਨੂੰ ਵੀ ਭੁੱਖ ਭੱਖ ਲੱਗੀ ਆ। ਫਿਰ ਤੂੰ ਸਾਰਾ ਛਕ ਚੱਲਿਆ, ਥੋੜਾ ਮੈਨੂੰ ਵੀ ਪ੍ਰਸ਼ਾਦ ਦੇ। ਜਦ ਮਹਾਰਾਜ ਦਾ ਸੀਤ ਪ੍ਰਸ਼ਾਦ ਦੁੱਧ ਛਕਿਆ ਤਾਂ ਉਸੇ ਵਕਤ ਨਾਮਦੇਵ ਦੇ ਕਪਾਟ ਖੁੱਲ ਗਏ। ਫਿਰ ਬਾਣੀ ਵੇਖੋ ਕਿੰਨੀ ਸਫੁਰਨ ਹੋਈ। ਧੰਨ ਭਗਤ ਕਬੀਰ ਜੀ, ਰਵਿਦਾਸ ਜੀ। ਹਉ ਵਾਰੀ ਮੁਖ ਪੀਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੋ, ਪਿੰਡ ਭਰੈ ਤੋ ਪ੍ਰੀਤ ਨਾ ਤੋਰੋ। ਸੋ ਐਸੇ ਬਚਨ ਨੇ ਪਿਆਰ ਵਾਲੇ। ਤੇਰੀ ਪਿੱਠ ਸਾਨੂੰ ਚੰਗੀ ਨਹੀਂ ਲੱਗਦੀ,
ਇਹ ਮੇਰੇ ਪ੍ਰਮਾਤਮਾ ਤੂੰ ਸਾਡੇ ਵੱਲ ਮੂੰਹ ਕਿਉਂ ਨਹੀਂ ਘੁਮਾਉਂਦਾ ਹੈ? ਅਸੀਂ ਤਾਂ ਤੇਰੇ ਮੁਖੜੇ ਦੇ ਦਰਸ਼ਨ ਕਰਨ ਆਏ ਆ, ਤੂੰ ਪਿੱਠ ਕੀਤੀ ਹੋਈ ਆ। ਸਾਡਾ ਸਿਰ ਵੱਢ ਦੇ ਪਰ ਪਿੱਠ ਨਹੀਂ ਉਹ ਚੰਗੀ ਲੱਗਦੀ, ਆਪ ਦਾ ਮੂੰਹ ਘੁਮਾ, ਸਾਨੂੰ ਦਰਸ਼ਨ ਦੇ। ਇੰਨਾ ਪਿਆਰ ਸੀਗਾ। ਭਗਤ ਰਵਿਦਾਸ ਸਾਹਿਬ ਜੀ ਜਦ ਉਹਨਾਂ ਨੂੰ ਦਰਸ਼ਨ ਹੋਏ ਤਾਂ ਸਾਧ ਸੰਗਤ ਜੀਓ ਉਹਨਾਂ ਵੀ ਸ਼ਬਦ ਉਚਾਰਿਆ ਧਨਾਸਰੀ ਰਾਗਣੀ ਦੀ ਭਗਤ ਬਾਣੀ ਵਿੱਚ। ਹਮ ਸਰ ਦੀਨ दयाल न तुम सर अपतियार किया कीजै बचनी तूर मूर मन मन जन को पूरन दीजै हूँ बल बल जाओ रमैया कारने कारण कमन अबूल। तू देखता पिया, तू मेरे नाल बोलदा काहतों नहीं? कहते परा हो जा, परा परा, तू चमियार है रविदास, मैं नहीं चमियारां दे लागे जांदा, तेरे नाल मैं काहतों बोलां? नीवीं जात वाले ना मेरा काम ही कोई नहीं, तू आपदा काम कर, घर नूं जा। हे महाराज क्यों परख लै रहे हैं? सच्चे पातशाह जात तां शरीर दे जन्म दी है ते जन्म तां तू ही दिता, ते इस वास्ते क्यों मेरी परख लै रहे हैं? कारण कमन अबोल, तेरे नाम बोलण दा कारण की है? रहाव बहुत जन्म बिसरे थे माधो एहो जन्म तुम्हारे लेखे कह रविदास आस लग जीवो चिर भयो दर्शन देखे। इन्ने चिर बाद तू दर्शन दिते ने ते हुण बोलदा काहतों नहीं गा? जद रविदास जी ने प्यार दे बचन बोले, परीक्षा च पूरे उतरे, गुस्सा नहीं किया। गुस्सा काहदा है? आप दे नाल जां वड्डे दा काहदा गुस्सा? तो महाराज ने कृपा की, साध संगत जीओ आप दे चरनां दी छोह दित्ती, घुट के गलवकड़ी ना लाया, ऐसी बख्शिश होई संतां भगतां नूं। भाई नंद लाल साहब जी एक बार धन श्री गुरु गोबिंद सिंह जी नूं लभदे लभदे चबारे चढ़ गए। चबारे ते गुरु साहब जी एकांत विच आपदे केसां नूं धुप लवा रहे सन। दस्तार उतारी हुई सीगी, कमर कसा कीता होगा, दस्तार उतार के कमर कसे कर लई दी है, पर केस नंगे ही सन क्योंकि हवा धुप लगा रही सी। जद वेख्या भी कोई उपर नूं आ गया, किसी दे सामने केस नंगे नहीं करीदे, किसी दे मत्थे नहीं लगीदा, ते बाकी सिखां दा तां मां प्यो ते बच्चियां वाला प्यार हुंदा। भाई नंद लाल जी बड़े प्यार दे विच गुरु साहब दे कोल गए। जद नमस्कार करन लगे तां चोजी प्रीतम महाराज ने परख करन वास्ते आपदा चेहरा घुमा के ते पिठ कर ली। जदों नंद लाल उपर चबारे चढ़िया उदों भी उन्होंने केसां दे दर्शन होए। घूम के जद अगे दी दर्शन करके मत्था टेकन लगा, मार ने उधर भी आपदे केस पिठ कर ली। इं चार सवेरे कोशिश की कि अगे होके गुरु साहब नूं मैं मत्था टेका, मार नमस्कार करा, पर गुरु साहब जी उन्होंने दर्शन नहीं देंदे, पेठी करते रहे। भाई साहब इन्ने प्यार विच आए, उन्होंने एक फारसी दे विच गज़ल उचारी, कहंदे ने दीन दुरिया दर कमंदे आपरी रुख सार हर दो आलम कीमत यक तार मुए यार मा। हे गुरु गोबिंद सिंह महाराज, तेरे चेहरे दे दर्शन करके मैं की शब्द करा। जेड़े तेरे केस ने, केस काले केस, रंग दा तेरा गोरा चिट्टा सोना टलिया होवे, तेरे बंके लोए नदंत रिसाला सोह नक जिन लमड़े वाला कंचन काया सोयने की ढाला सो वन ढाला कृष्ण माला जपो तुसी सहेलियो जम द्वार ना हो खड़ियां सिख सुनो महेलियो।
हंस हंसा बग बगा लहे मन की जाला, तेरे बंके लोए न दंतरी साला। काया दा तेरी सोने की ढाल वर्गी है, ਜਿਹੜੇ ਤੇਰੇ ਕਾਲੇ ਕੇਸ ਨੇ ਮੈਂ ਉਹਨਾਂ ਦੀ ਵੀ ਸ਼ੋਭਾ ਨਹੀਂ ਕਰ ਸਕਦਾ। ਬੜੇ ਬੜੇ ਲੰਬੇ ਕੇਸ ਸਨ ਗੁਰੂ ਸਾਹਿਬ ਜੀ ਮਹਾਰਾਜ ਦੇ, ਐ ਕਾਲੇ ਭੌਰਿਆਂ ਦੀ ਤਰ੍ਹਾਂ। ਕਹਿੰਦੇ ਕਿ ਕਿੰਨੇ ਕੇਸਾਂ ਦੀਆਂ ਤਾਰਾਂ ਨੇ, ਉਹਨਾਂ ਦੀ ਸ਼ੋਭਾ ਤਾਂ ਕੀ ਕਰਾਂ। ਤੇਰੇ ਇੱਕ ਤਾਰ ਕੇਸਾਂ ਦੀ, ਇੱਕ ਤਾਰ ਦੀ ਸੁੰਦਰਤਾ ਦੇ ਬਰਾਬਰ ਹਰ ਦੋ ਆਲਮ ਕੀਮਤ। ਦੋਨਾਂ ਲੋਕਾਂ ਦੀ ਸੁੰਦਰਤਾ ਛਾਬੇ 'ਚ ਇੱਕ ਪਾਸੇ ਤੱਕੜੀ ਦੇ ਪਾਈ ਜਾਏ, ਦੂਜੇ ਪਾਸੇ ਤੇ ਤੇਰੇ ਕੇਸ ਦੇ ਇੱਕ ਤਾਰ ਦੀ ਸੁੰਦਰਤਾ ਪਾਈ ਜਾਏ ਤਾਂ ਯਕ ਤਾਰੂ ਮੋਏ ਯਾਰ ਮਾ, ਮੇਰੇ ਯਾਰ ਦੇ ਕੇਸਾਂ ਦੇ ਇੱਕ ਤਾਰ ਦੇ ਬਰਾਬਰ ਵੀ ਨਹੀਂ ਉਹ ਪਹੁੰਚ ਸਕਦੀ ਸੁੰਦਰਤਾ। ਇੰਨੀ ਖੂਬਸੂਰਤੀ ਹੈ ਗੁਰੂ ਮਹਾਰਾਜ ਦੀ। तो इस वास्ते महाराज ने आख्या सो कहो टल गुर सेविए, टल भट्ट जी का फरमान ये शब्द धन श्री गुरु अंगद देव महाराज की उस्तति दे विच जेड़े श्री गुरु नानक देव महाराज जी के वैराग प्यार विच ज्योति जोत समाउण तो उपरंत 6 महीने लगातार किसी के मत्थे नहीं लगे। आपदे घर अंदर भगती समाधि दे विच लीन रहे और हमेशा ही अमृत वेले तो दिन चढ़े तक समाधि स्थित रहिंदे। कदी किसी नाल बोलदे ना हसदे ते ना ही किसी काम च रुचि करदे। गुरु नानक साहब दे प्यार विराग दे विच रुझे रहिंदे। जिस प्यारी सुने हो तिसी आगे अमर चलीए, त्रिग जीवन संसार ताकै पाछै जीवन। अखां दे विच हमेशा ही गुरु नानक साहब दी दर्शन दा सरूर वसिया रहिंदा। जद अमृत वेले समाधि उठान करके दरवाजा खोल के बाहर आउंदे तां जिहदे ते पहली निगाह पै जांदी। सुनिया तां पहली निगाह है, पर जो कुछ मैनू देख रहा है या मैनू समझ आ रहा है या ध्यान विच है वो पहली निगाही सीगी। मतलब जिन्ने भी कोढ़ी दुखी बीमार आत्मा एक लैन ला के दरवाजे अगे खड़े रहिंदे, जिन्ने भी आके खड़ जाते उन्हां सारियां ते पहली निगाही पैंदी, कोई एक ते थोड़ो पैंदी। जिहड़ी बारिश है वो एक बंदे नूं निहाल नहीं करती, जिहड़ी धुप है कल्ले नूं नहीं लगती, जिहड़ी हवा है सारियां नूं टच करती है। ये पहली निगाह का भाव यह है कि सारियां दे उपर ही बख्शिश पैंदी जिन्ने भी आके खड़ जाते। यानी अमृत वेले बाहर निकलदियां सार पहली निगाह जिन्नी भीड़ के उपर महाराज नज़र फेर देंदे वो सारे दे सारे रोग मुक्त हो जाते। उन्हां दी सिफत दे विच पंक्तियां लिखियां ने, अमै दृष्ट शुभ कर। गुरु अंगद देव जी की दृष्टि में अमृत है जो माड़ियां तो चंगे करदा। गुरुद्वारे क्यों आना है? आ जिहड़ी कथा है ये तो कई गुणा सोहनी कथा तुसीं आपदे टीवी च घर बैठे सुन सकते हो, मोबाइलों के उपर रिकॉर्डिंग है। पर फिर भी सानू गुरुद्वारे क्यों आने की जरूरत है? क्योंकि असीं आप दी अखां दर्शन करके सफल करना ते गुरु की निगाह साडे ते पैंदी है, साड़ी सफलता होंगी। अमै दृष्ट शुभ कर, मारी दी निगाह च अमृत है जो चंगे बनाउंदा है, माड़ियां तो चंगे बनते हैं। अमै दृष्ट शुभ कर, हरे अग पाप सकल मल, सारे पापां दी मैल खत्म होंदी है। काम क्रोध अर लोभ मोह वस करे सब है बल। 5 विकार ये वसीकार आ जाते हैं। काम क्रोध यार लोभ मोह वस करे सब बल, ते सब सुख मन वसै दुख संसार कोवै। सारे सुख आन के मन च वस जाते, संसार के दुखों का नाश हो जाता। गुर नभ निध दरिया, जिहड़ा गुरु है ये 9 निधियां का दरिया है, खजाना है। जन्म हम कालख धोवै, साढ़े जन्मां जन्मांतरां दी कालख गुरु साहब धो सुटदा है। सो कहो टल गुर सेविए, अहनिस सहज सुभाय। दर्शन परसे गुरु के जन्म मरण दुख जाय।
ਸਾਹਿਬ ਕੀ ਕਹਿ ਰਹੇ ਹਨ। ਗੁਰ ਦਰਸ਼ਨ ਦੇਖ ਨਿਹਾਲੀ। ਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਈਦਾ ਹੈ। ਮਹਾਰਾਜ ਦਾ ਨਾਮ ਜਪ ਕੇ ਤਾਂ ਨਿਹਾਲ ਹੋਣਾ ਹੀ ਹੈ, ਦਰਸ਼ਨ ਕਰਕੇ ਵੀ ਨਿਹਾਲ ਹੋ ਜਾਈਦਾ। ਹਉ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ। ਕਈ ਕਹਿੰਦੇ ਦਰਸ਼ਨਾਂ ਦਾ ਕੋਈ ਲਾਭ ਨਹੀਂ ਹੈ ਜੇ ਅਮਲ ਨਹੀਂ ਕੀਤਾ। ਅਮਲ ਕਰਨਾ ਜ਼ਰੂਰੀ ਹੈ, ਪਰ ਇਹ ਕਹਿ ਕੇ ਕਿਸੇ ਦਾ ਮਨ ਤੋੜ ਦੇਣਾ ਗਲਤ ਬਾਤ ਹੈ। ਦਰਸ਼ਨਾਂ ਦਾ ਲਾਭ ਕਿਉਂ ਨਹੀਂ ਹੈ? ਭੱਟ ਤਾਂ ਕਹਿ ਰਹੇ ਨੇ ਜਨਮ ਮਰਨ ਦੁੱਖ ਜਾਏ। ਸਭ ਤੋਂ ਵੱਡਾ ਦੁੱਖ ਜੰਮਣ ਮਰਨ ਦਾ ਹੈ, ਉਹ ਵੀ ਚਲਿਆ ਜਾਂਦਾ। ਲਾਭ ਕਿਉਂ ਨਹੀਂ ਹੈ? ਲਾਭ ਹੀ ਲਾਭ ਹੈ, ਇਹ 'ਚ ਨੁਕਸਾਨ ਕੀ ਹੈ? ਮੈਨੂੰ ਅੱਜ ਤੱਕ ਜਿੰਨੇ ਵੀ ਮਿਲੇ ਨੇ ਸਾਰਿਆਂ ਨੇ ਫਾਇਦਾ ਹੀ ਦੱਸਿਆ। ਕਿਸੇ ਨੇ ਇਹ ਨਹੀਂ ਦੱਸਿਆ ਕਿ ਗੁਰਦੁਆਰੇ ਆਉਣ ਤੋਂ ਸਾਨੂੰ ਕੋਈ ਨੁਕਸਾਨ ਹੋਇਆ, ਨਾ ਹੀ ਸਾਨੂੰ ਕੋਈ ਨੁਕਸਾਨ ਹੋਇਆ, ਲਾਭ ਹੀ ਲਾਭ ਪ੍ਰਾਪਤ ਹੋਇਆ। ਦੂਜੇ ਪਾਤਸ਼ਾਹ ਦੀ ਸਿਫਤ ਆਪ ਨੂੰ ਸਰਵਣ ਕਰਵਾ ਦਿੱਤੀ ਹੈ। ਜਿਹੜਾ ਭੱਟਾਂ ਨੂੰ ਲਾਭ ਹੋਇਆ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਿਆ। ਹੁਣ ਤੀਜੇ ਪਾਤਸ਼ਾਹ ਦੀ ਸਿਫਤ ਕਰਦੇ ਐਵੇਂ ਭੱਟ ਬੋਲਦੇ ਨੇ, ਕਹਿੰਦੇ ਗੁਰ ਅਮਰਦਾਸ ਪਰਸੀ ਹੈ ਪਹੁ ਪਾਤਕ ਬਿਨਾਸੈ। ਦਰਸ਼ਨ ਕਰੀ ਦੀ ਅੱਖਾਂ ਨਾਲ ਤੇ ਪਰਸੀ ਦਾ ਹੱਥਾਂ ਦੇ ਨਾਲ। ਜਦ ਦਰਸ਼ਨ ਹੁੰਦੇ ਨੇ ਤਾਂ ਫਿਰ ਕੁਦਰਤੀ ਸਿਰ ਝੁਕਾ ਕੇ ਮੱਥਾ ਵੀ ਤਾਂ ਟੇਕੀਦਾ। ਹੱਥ ਤੇ ਮੱਥਾ ਭਾਵਨਾ ਕਰਨੀ ਹੈ ਕਿ ਮੈਂ ਮਹਾਰਾਜ ਦੇ ਪ੍ਰਤੱਖ ਚਰਨਾਂ ਤੇ ਲਾ ਰਿਹਾ। ਅਰ ਪੰਕਤੀਆਂ ਪੜ੍ਹਨੀਆਂ। ਸ਼ਲੋਕ ਡੰਡੌਤ ਬੰਦਰਿਆਨ ਗੁਬਾਰ ਸਰਬ ਕਲਾ ਸੁਮਰਤ। ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਫਾਇਦਾ ਕਿਉਂ ਨਹੀਂ ਹੁੰਦਾ? ਕਿਸੇ ਸਾਧੂ ਸੰਤ ਦੇ ਦਰਸ਼ਨ ਕਰੋ ਤੇ ਭੈਣਾਂ ਉਸੇ ਵਕਤ ਸਿਰ ਤੇ ਚੁੰਨੀ ਲੈ ਲੈਂਦੀਆਂ ਤੇ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਪੈਂਦੀਆਂ। ਕਿਤੇ ਰਾਹ ਜਾਂਦੇ ਆ ਮਹਾਰਾਜ ਦਾ ਸਰੂਪ ਕਿਸੇ ਦੇ ਘਰ ਲੈ ਜਾਂਦੇ ਆ। ਆਮ ਹੀ ਘਰਾਂ ਦੇ ਵਿੱਚ ਮਾਈਆਂ ਬੀਬੀਆਂ ਸਫਾਈ ਕਰਦੀਆਂ, ਸਿਰ ਨੰਗਾ ਹੋਏ ਭੱਜ ਕੇ ਅੰਦਰ ਜਾਣਗੀਆਂ, ਕੱਪੜਾ ਲਿਆਉਣਗੀਆਂ, ਆਖਣਗੀਆਂ ਧੰਨ ਬਾਬਾ ਵਾਹਿਗੁਰੂ। ਮੈਂ ਤਾਂ ਪਿੰਡ ਵਾਲਿਆਂ ਨੂੰ ਧੂਫ ਨੂੰ ਵੀ ਮੱਥਾ ਟੇਕਦਿਆਂ ਦੇਖਿਆ ਹੈ। ਮਤਲਬ ਗੁਰਦੁਆਰੇ ਦੀ ਗੱਡੀ ਹਰ ਰੋਜ਼ ਸ਼ਾਮ ਨੂੰ ਸਾਰੇ ਪਿੰਡ ਦੀ ਫਿਰਨੀ ਦੇ ਦੁਆਲੇ ਦੁਆਲੇ ਧੂਫ ਦਿਖਾਉਂਦੀ। ਉਹ ਸਾਰੇ ਹੱਥ ਜੋੜ ਕੇ ਖੜੇ ਹੁੰਦੇ ਨੇ। ਅਜੇ ਮਹਾਰਾਜ ਨਹੀਂ ਹੁੰਦਾ, ਕੇਵਲ ਮਹਾਰਾਜ ਦੀ ਧੂਫ ਹੀ ਹੁੰਦੀ ਹੈ। ਤੇ ਉਹ ਫਿਰ ਵੀ ਗੁਰਦੁਆਰੇ 'ਚ ਧਿਆਨ ਧਾਰ ਕੇ ਜਿਸ ਤਰ੍ਹਾਂ ਮਰਜ਼ੀ ਕੋਈ ਬੈਠਾ ਖਲੋਤਾ ਉਸੇ ਵਕਤ ਹੱਥ ਜੋੜ ਕੇ ਮੱਥਾ ਟੇਕਦੇ ਨੇ। ਦਰਸ਼ਨਾਂ ਦਾ ਫਾਇਦਾ ਕੋਈ ਨਹੀਂ ਗਾ। ਦਰਸ਼ਨ ਕਰਦਿਆਂ ਸਾਰੀ ਆਪਾਂ ਇਹੀ ਤਾਂ ਮੰਗਦੇ ਹਾਂ, ਸਹੀ ਪਿਆਰੇ ਮੇਲ। ਕਿਸੇ ਪਿਆਰੇ ਦੇ ਮੇਲ ਦੇ ਨਾਲ ਵੀ ਵਾਹਿਗੁਰੂ ਚੇਤੇ ਆਉਂਦਾ। ਤੇ ਗੁਰੂ ਸਾਹਿਬ ਤਾਂ ਹੈ ਹੀ ਪਿਆਰਿਆਂ ਦੇ ਪਿਆਰੇ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੇ ਭੁੱਲੀ। ਭੈਣਾ ਸੋ ਆਪਦੇ ਪਤੀ ਦੇ ਦਰਸ਼ਨ ਕਰਕੇ ਕਿੰਨਾ ਪ੍ਰਸੰਨ ਹੁੰਦੀਆਂ ਨੇ। ਭਰਾਵਾਂ ਦੇ ਦਰਸ਼ਨ ਕਰਕੇ ਕਿੰਨਾ ਮਨ ਖੁਸ਼ ਹੁੰਦਾ। ਆਪਦੀ ਮਾਂ ਨੂੰ ਮਿਲ ਕੇ ਵੇਖੋ ਕਿੰਨਾ ਖੁਸ਼ੀ ਮਨਾਉਂਦੀਆਂ। ਪਤਾ ਹੈ ਨਾ ਇਹਨਾਂ ਗੱਲਾਂ ਦਾ ਆਪ ਨੂੰ। ਆਪਦੇ ਟੱਬਰ ਨੂੰ ਮਿਲ ਕੇ ਕਿੰਨਾ ਖੁਸ਼ੀ ਮਨਾਈ ਦੀ ਹੈ। ਮਿਲ ਕੇ ਹੀ ਮਨ ਪ੍ਰਸੰਨ ਹੁੰਦਾ। ਉੱਥੇ ਕੋਈ ਕਥਾ ਥੋੜ੍ਹੀ ਸੋਈ ਦੀ ਹੈ। ਹਾਂ ਗੱਲਾਂ ਬਾਤਾਂ ਤਾਂ ਬਾਅਦ 'ਚ ਹੁੰਦੀਆਂ ਨੇ। ਪਹਿਲਾਂ ਤਾਂ ਇੱਕ ਦੂਜੇ ਨੂੰ ਵੇਖੀਦਾ ਹੈ, ਮਨ ਵਿੱਚ ਪਿਆਰ ਪੈਦਾ ਹੁੰਦਾ। ਤੋ ਜੇ ਮਨ 'ਚ ਸ਼ਰਧਾ ਪਿਆਰ ਹੋਵੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਮਰ ਕਿੰਤੂ ਤੂੰ ਬਲਹਾਰ ਜਾਂਦਾ। ਤੇ ਜਿਹੜੇ ਆ ਕੇ ਮਿਲਦੇ ਨੇ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੇ ਭੁੱਲੀ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੁਣ ਤੁਧ ਬਿਨ ਅੱਡ ਨਾ ਲੈਂਦੀ। ਇਹ ਕੱਲ੍ਹ ਹੀ ਆਪ ਨੇ ਕਥਾ ਸਰਵਣ ਕੀਤੀ। ਜਿਹੜੇ ਮਿਲਦੇ ਨੇ ਦਰਸ਼ਨ ਕਰਦੇ ਨੇ, ਮਿਲਵੇ ਕੀ ਮਹਿਮਾ ਵਰਨ ਨਾ ਸਾਕੋ। ਦਰਸ਼ਨਾਂ ਦੀ ਮਿਲਾਪ ਦੀ ਮਹਿਮਾ ਨੂੰ ਮੈਂ ਵਰਣਨ ਨਹੀਂ ਕਰ ਸਕਦਾ। ਨਾਨਕ ਪਰੇ ਪਰੀਲਾ, ਪਰੇ ਤੋਂ ਪਰੇ ਉਹਦੀ ਮਹਿਮਾ ਹੈ। ਇਹੀ ਤਾਂ ਐਂਡ ਹੈ। ਸਭ ਦੁਨੀਆ ਵੇਖੋ ਧੱਕੇ ਖਾ ਰਹੀ ਹੈ। ਲੋਕ ਮਾਲਾ ਫੇਰਨੇ, ਜਪ ਤਪ ਵੇਖੋ। ਪਹਾੜਾਂ ਤੇ ਚੜ੍ਹ ਕੇ ਜੋਗੀ ਵਿਚਾਰੇ ਤਰਲੇ ਮਾਰਦੇ, ਆਪਦੇ ਘਰ-ਬਾਰ ਛੱਡ ਗਏ। ਕਾਹਦੇ ਵਾਸਤੇ? ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿ ਨਾ ਜਾਹੀ ਤੇਰੇ ਗੁਣ ਕੀਤੇ ਰਹਾ। ਖੱਲੜੀ ਖੱਪੜੀ ਲੱਕੜੀ ਚਮੜੀ, ਸਿਖਾ ਸੂ ਧੋਤੀ ਕੀਨੀ। ਤੂੰ ਸਾਹਿਬ ਹੋ ਸਾਂਗੀ ਤੇਰਾ, ਪਰਣਵੇਂ ਨਾਨਕ ਜਾਤ ਕੈਸੀ।
ਕਾਹਦੇ ਲਈ ਉਹਨਾਂ ਨੇ ਕੱਪੜੇ ਲਾਉਣੇ, ਆਪਣਾ ਕੱਪੜੇ ਪਾਉਣੇ ਛੱਡ ਦਿੱਤੇ, ਲਾ ਕੇ ਸੁੱਟ ਦਿੱਤੇ। ਕਿਸੇ ਨੇ ਮਿਰਗਸ਼ਾਲਾ ਪਾ ਲਈ, ਕਿਸੇ ਨੇ ਦਰਖਤਾਂ ਦੇ ਪੱਤਿਆਂ ਨਾਲ ਹੀ ਸਰੀਰ ਢੱਕ ਲਿਆ, ਕਈ ਠੰਡ ਦੇ ਵਿੱਚ ਪਾਣੀ 'ਚ ਵੜ ਗਏ, ਕਈ ਧੂਣੀਆਂ ਧਾਰ। ਕਾਹਦੇ ਲਈ? ਵੀ ਰੱਬ ਦਿਖੇ, ਵਾਹਿਗੁਰੂ ਜੀ ਦੇ ਦਰਸ਼ਨ ਹੋਣ। ਤੇ ਸਾਡੇ ਤੇ ਗੁਰੂਆਂ ਨੇ ਕਿੰਨੀ ਕਿਰਪਾ ਕੀਤੀ ਹੈ, ਕਿਆ ਸੋਹਣੇ ਦਰਸ਼ਨ ਬਖਸ਼ੇ ਨੇ ਆਪਦੀ ਬਾਣੀ ਦੇ। ਫਿਰ ਵੀ ਆਪਾਂ ਕਹੀਏ ਦਰਸ਼ਨਾਂ ਦਾ ਲਾਭ ਨਹੀਂ ਹੈ, ਅਖੰਡ ਪਾਠ ਦਾ ਲਾਭ ਨਹੀਂ। ਲਾਭ ਕਿਉਂ ਨਹੀਂ? 3 ਦਿਨ ਤਾਂ ਲਗਾਤਾਰ ਤਾਂ ਦਰਸ਼ਨ ਹੁੰਦੇ, ਦਰਸ਼ਨਾਂ ਦਾ ਤਾਂ ਫਾਇਦਾ ਮਿਲਦਾ ਹੀ ਹੈ। ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ। ਤੁਸੀਂ ਭੱਟਾਂ ਦੀ ਸ਼ਰਧਾ ਵੇਖੋ, 7 ਬਗਾਨੇ ਹਿੰਦੂ ਸੀਗੇ ਉਹ, ਜਿਹਨੂੰ ਕਹਿੰਦੇ ਨਾ ਬਾਹਮਣ ਮੱਤ। ਅੱਜ ਕੱਲ੍ਹ ਦੇ ਮਿਸ਼ਨਰੀ ਸਿਆਣੇ ਵਿਦਵਾਨ ਹੁੰਦੇ, ਕਹਿੰਦੇ ਮਹਾਰਾਜ ਇਹ ਤਾਂ ਬਾਹਮਣ ਆ ਗਏ ਕਾਸ਼ੀ ਤੋਂ, RSS ਨਾ ਬਾੜੋ, ਗੁਰਦੁਆਰੇ ਨੂੰ ਪਰਾਂ ਕਰੋ, ਹਰੇਕ ਤੇ ਬਿੱਲਾ ਲਾ ਦੇਣਾ। ਪਿਆਰ ਸ਼ਰਧਾ ਵੀ ਕੋਈ ਚੀਜ਼ ਹੁੰਦੀ ਹੈ। ਸੀ ਤਾਂ ਬਾਹਮਣੀ, ਜਿਹੜੇ ਭਾਟੋ ਸਿੰਘ ਥੋੜੋ ਸੀ ਗੁਰੂ ਗੋਬਿੰਦ ਸਿੰਘ ਦੇ। ਕੋਈ ਗਾਤਰਾ ਨਹੀਂ ਸੀ ਪਾਇਆ ਉਹਨਾਂ, ਕੋਈ ਕੜਾ ਨਹੀਂ, ਕੋਈ ਕੰਘਾ ਨਹੀਂ, ਕੋਈ ਕਸ਼ਹਿਰਾ ਨਹੀਂ। ਤੇ ਸਾਧ ਸੰਗਤ ਜੀ, ਉਹ ਸਿੱਖ ਤਾਂ ਮਹਾਰਾਜ ਦੇ ਚਰਨਾਂ 'ਚ ਆ ਕੇ ਬਣੀਦਾ, ਕੋਈ ਘਰੋਂ ਥੋੜੋ ਸਿੰਘ ਬਣ ਕੇ ਆਉਂਦਾ ਹੈ। ਇਹ ਨਹੀਂ ਵੀ ਹੁਣ ਸਾਡੇ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਬਾਕੀ ਐਵੇਂ ਹੀ ਨੇ। ਪਿਆਰ ਵੀ ਤਾਂ ਸ਼ਰਧਾ ਵੀ ਤਾਂ ਹੁੰਦੀ ਹੈ। ਸਿੱਖੀ ਤਾਂ ਸ਼ਰਧਾ ਤੇ ਟਿਕਦੀ ਹੈ, ਪਿਆਰ ਤੇ ਟਿਕਦੀ ਹੈ। ਠੀਕ ਉਹ ਬ੍ਰਾਹਮਣ ਸੀਗੇ, ਵੇਦਾਂ ਦੇ ਅਵਤਾਰ, 4 ਵੇਦਾਂ ਦੇ 4 ਅਵਤਾਰ, 4 ਚੌਕੇ 16, 17ਵਾਂ ਭਿੱਖਾ, ਉਹ ਬ੍ਰਹਮਾ ਦਾ ਅਵਤਾਰ ਸੀਗਾ। ਉਹਨਾਂ ਦੀ ਰਸਨਾ ਵੇਖੋ ਕਿੰਨੇ ਪਿਆਰ ਦੀ ਬੋਲੀ ਹੈ। ਹਰ ਰੋਜ਼ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪ੍ਰਕਾਸ਼ ਵੇਲੇ ਸਵਈਏ ਪੜ੍ਹੇ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ। ਪੋਹਮ ਨਾਮ ਹੈ ਧਰਤੀ ਦਾ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਤੇ ਜਿੱਥੇ ਮਹਾਰਾਜ ਦੇ ਚਰਨ ਪੈ ਗਏ, ਉਹ ਧਰਤੀ ਪਵਿੱਤਰ ਹੋ ਗਈ। ਗੋਂਦੇ ਖੱਤਰੀ ਦਾ ਗੋਂਦਵਾਲ, ਭੂਤ ਪ੍ਰੇਤ ਵਸਣ ਨਹੀਂ ਸੜਨ ਦਿੰਦੇ। ਇਹ ਖਡੂਰ ਸਾਹਿਬ ਹਾਜ਼ਰ ਹੋਇਆ ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਡਿਊਟੀ ਲਾਈ। ਗੁਰੂ ਅੰਗਦ ਦੇਵ ਜੀ ਨੇ ਇੱਕ ਫੁੱਲਾਂ ਵਾਲੀ ਛਟੀ ਦਿੱਤੀ, ਬਖਸ਼ਿਸ਼ ਭਰੀ ਨਿਗਾਹ ਮਾਰੀ ਤੇ ਵਾਹਿਗੁਰੂ ਕਹਿ ਕੇ ਛਟੀ ਘੁਮਾਈ। ਸਭ ਜਗ੍ਹਾ ਭੂਤਾਂ ਪ੍ਰੇਤਾਂ ਤੋਂ ਜਿਹੜੀ ਅਪਵਿੱਤਰ ਹੋਈ ਉਹ ਸਾਫ਼ ਹੋ ਗਈ। ਉੱਥੇ ਮਹਾਰਾਜ ਨੇ ਗੋਬਿੰਦਵਾਲ ਗੋਬਿੰਦਪੁਰੀ ਸਮ ਸ੍ਰੀ ਗੋਇੰਦਵਾਲ ਸਾਹਿਬ, ਗੋਂਦੇ ਖੱਤਰੀ ਦੇ ਨਾਮ ਦੇ ਪੱਟ ਕਹਿੰਦੇ ਗੋਬਿੰਦਵਾਲ, ਵਾਹਿਗੁਰੂ ਦੀ ਪੁਰੀ, ਸੱਚਖੰਡ ਦੇ ਬਰਾਬਰ ਵਸਾ ਦਿੱਤੀ। ਵੇਖੋ ਅੱਜ ਤੱਕ ਉੱਥੇ ਲਹਿਰਾਂ ਬਹਿਰਾਂ ਚੜ੍ਹਦੀ ਕਲਾ ਹੈ। ਜਿੱਥੇ ਦਮਦਮਾ ਸਾਹਿਬ ਵਾਲਾ ਗੁਰਦੁਆਰਾ ਹੈ, ਉੱਥੇ ਇੱਕ ਮੁਰਦੇ ਦੀ ਹੱਡੀ ਮਹਾਰਾਜ ਦੇ ਚਰਨਾਂ ਨਾਲ ਲੱਗੀ, ਉਹ ਜਿਸ ਜੂਨ 'ਚ ਪਿਆ ਸੀ ਉਸ ਜੂਨ 'ਚੋਂ ਮੁਕਤ ਹੋ ਗਿਆ। ਉੱਥੇ ਬਕਾਇਦਾ ਗੁਰਦੁਆਰਾ ਇਤਿਹਾਸ ਦਾ ਬੋਰਡ ਲੱਗਾ ਹੋਇਆ। ਇਹ ਇਤਿਹਾਸ ਹੈ, ਰੀਅਲ ਸਟੋਰੀ ਹੈ। ਲਾਭ ਕਿਉਂ ਨਹੀਂ ਹੁੰਦਾ ਦਰਸ਼ਨਾਂ ਦਾ? ਦੱਸੋ ਭਾਈ। ਇੱਕ ਮਾਈ ਦਾ ਮੁੰਡਾ ਮਰ ਗਿਆ, ਪਤਾ ਹੈ ਨਾ ਤੁਹਾਨੂੰ, ਤਈਏ ਤਾਪ ਨਾਲ ਸ਼ਾਂਤ ਹੋ ਗਿਆ। ਤੇ ਜੇ ਉਹ ਘਰ ਬੈਠੀ ਰੋਂਦੀ ਰਹਿੰਦੀ ਤੇ ਰੋਂਦੀ ਰਹਿੰਦੀ, ਉਹ ਗੁਰਦੁਆਰੇ ਆਈ, ਮਰਿਆ ਮੁੰਡਾ ਲਿਆ ਕੇ ਬਰੂਹਾਂ ਤੇ ਪਾਤਾ ਤੇ ਉੱਚੀ ਉੱਚੀ ਰੋਣ ਲੱਗ ਪਈ। ਸਾਹਿਬ ਦਿਆਲੂ ਸੀਗੇ, ਭਾਈ ਬੱਲੂ ਨੂੰ ਆਖਿਆ ਵੀ ਕੌਣ ਰੋ ਰਿਹਾ ਪਤਾ ਕਰ। ਕਹਿੰਦਾ ਜੀ ਆਹ ਗੱਲਬਾਤ ਹੋਈ ਹੈ। ਮਾਰੇ ਕਹਿੰਦੇ ਮਾਤਾ ਨੂੰ ਕਹਿ ਵੀ ਇਹ ਗੁਰਦੁਆਰਾ ਹੈ, ਨਾ ਤਾਂ ਇੱਥੇ ਰੋਂਦੇ ਆਈਦਾ, ਨਾ ਹੀ ਐਵੇਂ ਦੰਦੀਆਂ ਜੀਆਂ ਕੱਢਦੇ ਆਈਦਾ। ਹੱਸਣਾ ਤਾਂ ਵੈਸੇ ਵੀ ਨਹੀਂ ਚਾਹੀਦਾ ਕਿਸੇ ਵੱਲ ਵੇਖ ਕੇ। ਮਤਲਬ ਕਹਿਣ ਦਾ ਵੀ ਹੱਸਣਾ ਵੀ ਮਨਾ ਤੇ ਰੋਣਾ ਵੀ ਮਨਾ। ਬੀ ਸੀਰੀਅਸ। ਸਾਡਾ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਣਾ ਚਾਹੀਦਾ, ਤਾਂ ਸਾਨੂੰ ਲਾਭ ਮਿਲਦਾ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਲਿਖਿਆ ਹੁੰਦਾ ਵੀ ਸਾਇਲੈਂਸ ਪਲੀਜ਼, ਚੁੱਪ ਦਾ ਦਾਨ ਬਖਸ਼ੋ, ਤਾਂ ਹੀ ਸਾਡੇ ਕੁਛ ਕੰਨਾਂ ਦੇ ਵਿੱਚ ਪਏਗਾ। ਤੋ ਇਸ ਤਰ੍ਹਾਂ ਪ੍ਰੇਮ ਤੇ ਵਿਰਾਗ ਤੇ ਸ਼ਰਧਾ ਹੋਣੀ ਚਾਹੀਦੀ ਹੈ। ਮਾਤਾ ਚੁੱਪ ਕਰ ਜਾ, ਭਗਤੀ ਦਾ ਟਾਈਮ ਹੈ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਤੇ ਜਦ ਦਿਨ ਚੜੂਗਾ ਫਿਰ ਮੈਂ ਤੇਰਾ ਮੁੰਡਾ ਜਿਉਂਦਾ ਕਰ ਦੇਵਾਂਗਾ, ਮੈਂ ਵਾਅਦਾ ਕਰਦਾ। ਕੋਈ ਚੁੱਪ ਤਾਂ ਕਰ ਗਈ। ਥੋੜੇ ਕੁ ਚਿਰ ਬਾਅਦ ਫਿਰ ਉਹਦੀ ਹੂਕ ਜੀ ਨਿਕਲੇ, ਕਿਉਂਕਿ ਮਨ ਰੋ ਰਿਹਾ ਸੀਗਾ। ਬਦੋ ਬਦੀ ਰੁਕਿਆ ਨਾ ਰੋਣਾ, ਉੱਚੀ ਜਾਂ ਚੀਕ ਨਿਕਲੇ ਤੇ ਮਹਾਰਾਜ ਦੇ ਹਿਰਦੇ ਤੇ 6 ਵਜੇ। ਕੋਈ ਗੁੱਸਾ ਨਹੀਂ ਆਇਆ।
ਦੁਰਵਾਸ਼ਾ ਰਿਖੀ ਹੁੰਦਾ ਤੇ ਉਹੀ ਸ਼ਰਾਬ ਦੇ ਦਿੰਦਾ ਵੀ ਉਹ ਤਾਂ ਗਿਆ, ਚੱਲ ਤੂੰ ਵੀ ਨਾਲ ਹੀ ਚੱਲ। ਕੁਲਾਂ ਨੂੰ ਸ਼ਰਾਬ ਦੇ ਦਿੰਦਾ, ਪਰ ਨਹੀਂ, ਮਹਾਰਾਜ ਦਾ ਘਰ ਦਿਆਲੂ ਕਿਰਪਾਲੂ ਹੈ। ਗੁਰੂ ਸਾਹਿਬ ਮਲਕੜੇ ਜੇ ਪਲੰਗਾ ਸਾਹਿਬ ਤੋਂ ਉੱਠੇ, ਹੌਲੀ ਹੌਲੀ ਬਜ਼ੁਰਗ ਅਵਸਥਾ ਸੀਗੀ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰਦਿਆਂ ਸੁੱਚੇ ਮੋਤੀਆਂ ਦੇ ਮਣਕਿਆਂ ਦਾ ਸਾਧ ਸੰਗਤ ਜੀ ਸਿਮਰਨਾ ਸੀਗਾ, 27 ਮਣਕਿਆਂ ਦਾ। ਹੌਲੀ ਹੌਲੀ ਉਹ ਫੇਰਦਿਆਂ ਫੇਰਦਿਆਂ ਚਿੱਟੇ ਬਸਤਰ ਨੇ, ਚਿੱਟਾ ਚੋਲਾ, ਛੋਟਾ ਜਿਹਾ ਕੱਦ, ਸਭ ਸਰੂਪਾਂ ਚੋਂ ਮਧਰਾ ਕੱਦ ਗੁਰੂ ਅਮਰਦਾਸ ਮਹਾਰਾਜ ਦਾ ਸੀ। ਐਂ ਗੱਠਿਆ ਸਰੀਰ, ਸੋਹਣੀ ਬੜੀ ਚਿੱਟੀ ਗੋਲ ਦਸਤਾਰ, ਸੋਹਣਾ ਬੜਾ ਚਿੱਟਾ, ਐ ਦੁੱਧ ਤੋਤਾ ਦਾੜਾ। ਤੇ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਰਦਿਆਂ ਉੱਠੇ, ਆਖਿਆ ਭਾਈ ਬੱਲੋ, ਮੋਢੇ 'ਤੇ ਹੱਥ ਰੱਖਿਆ ਵੀ ਚੱਲ ਕਿੱਥੇ ਮਾਈ, ਸਾਨੂੰ ਲੈ ਕੇ ਚੱਲ। ਤੇ ਉਹ ਭਾਈ ਬੱਲੋ ਨਾਲ ਲੈ ਕੇ ਤੁਰਿਆ। ਆਖਿਆ ਮਾਤਾ ਤੂੰ ਰੋ ਰਹੀ ਆ ਤੇ ਤੈਨੂੰ ਮੈਂ ਬੇਨਤੀ ਕੀਤੀ, ਤੂੰ ਚੁੱਪ ਕਰ ਜਾ। ਕਹਿੰਦੀ ਮਹਾਰਾਜ ਮੇਰਾ ਦਿਲ ਨਹੀਂ ਠਰਦਾ, ਮੇਰਾ ਦਿਲ ਖੜਦਾ ਨਹੀਂ, ਇਹਨੂੰ ਜਿਉਂਦਾ ਕਰ ਦਿਓ ਤੇ ਆਪਦੀ ਕਿਰਪਾ ਹੋ ਜਾਏ, ਮੈਂ ਆਪਦੇ ਇਕੱਲੇ ਬੱਚੇ ਨੂੰ ਨਾਲ ਲੈ ਜਾਵਾਂ, ਮੇਰਾ ਇੱਕ ਘੜੀ ਇਹਦੇ ਤੋਂ ਬਗੈਰ ਜਿਉਣਾ ਨਹੀਂ। ਮਨ ਦੇ ਕੀ ਹੋਇਆ, ਇਹਦੇ ਮੂੰਹ ਤੋਂ ਚਾਦਰ ਤਾਂ ਲਾ। ਚਾਦਰ ਲਾਈ, ਉਹਨੂੰ ਮਹਾਰਾਜ ਨੇ ਆਪਦਾ ਚਰਨ ਛੁਹਾਇਆ, ਸੱਜੇ ਪੈਰ ਦਾ ਅੰਗੂਠਾ ਠੋਲਾ ਜਿਹਾ ਮਾਰ ਕੇ ਆਂਦੇ, ਉਠੋ ਭਾਈ, ਮਾਂ ਤੇਰੀ ਰੋ ਰਹੀ ਹੈ ਤੇ ਤੂੰ ਲੰਮੀਆਂ ਤਾਣ ਕੇ ਸੁੱਤਾ ਹੋਇਆ, ਚੱਲ ਉੱਠ ਵਾਹਿਗੁਰੂ ਕਹਿ। ਉਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਹਿੰਦਾ, ਉੱਠ ਕੇ ਬੈਠ ਗਿਆ, ਮਹਾਰਾਜ ਦੇ ਪੈਰੀਂ ਹੱਥ ਲਾਇਆ। ਤੁਸੀਂ ਦੱਸੋ ਵੀ ਉਹ ਮਾਤਾ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਜਾਂ ਆਨੰਦ ਸਾਹਿਬ ਪੜ੍ਹਿਆ, ਜਾਂ ਮੁੰਡੇ ਨੇ ਕੋਈ ਕੀਰਤਨ ਸੁਣਿਆ ਆਸਾ ਦੀ ਵਾਰ ਦਾ, ਜਾਂ ਉਹਨੇ ਕਥਾ ਸੁਣੀ, ਤੇ ਜਾਂ ਉਹਨੇ ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹ ਕੇ ਅਮਲ ਕੀਤਾ? ਜੇ ਮੈਂ ਝੂਠ ਬੋਲਦਾ ਤਾਂ ਦੱਸੋ, ਕਿਰਪਾ ਕਾਹਤੋਂ ਹੋਈ ਦੱਸੋ? ਜਿਹੜਾ ਤੁਹਾਨੂੰ ਕਥਾਵਾਚਕ ਜਾਂ ਪ੍ਰਚਾਰ ਇਹ ਗੱਲ ਕਹਿੰਦਾ ਵੀ ਗੁਰਦੁਆਰੇ ਆਉਣ ਦਾ ਨਹੀਂ ਫਾਇਦਾ, ਦਰਸ਼ਨ ਕਰਨ ਦਾ ਕੋਈ ਫਾਇਦਾ ਨਹੀਂ, ਪਹਿਲਾਂ ਗਾਤਰਾ ਪਾਓ, ਅੰਮ੍ਰਿਤ ਛਕੋ। ਨਾ ਤਾਂ ਮੁੰਡੇ ਨੇ ਅੰਮ੍ਰਿਤ ਛਕਿਆ ਹੋਊਗਾ, ਨਾ ਮਾਈ ਨੇ ਛਕਿਆ ਹੋਊਗਾ। ਚਰਨ ਪੌੜ ਵੀ ਮਹਾਰਾਜ ਨੇ ਨਹੀਂ ਦਿੱਤੀ ਹੋਣੀ, ਤੇ ਨਾ ਉਹਨਾਂ ਕੋਲ ਗੁਟਕੇ ਹੋਣਗੇ ਗੁਰਦੁਆਰੇ ਦੇ। ਆਪਾਂ ਤਾਂ ਡੇਲੀ ਨਿਤਨੇਮ ਕਰਦੇ ਹਾਂ, ਕੋਈ ਉਹਨਾਂ ਨੂੰ ਅਰਥ ਨਹੀਂ ਆਉਂਦੇ, ਕੋਈ ਵਿਆਖਿਆ ਨਹੀਂ, ਕੋਈ ਲੰਮਾ ਚੌੜਾ ਉਹਨਾਂ ਕੋਈ ਗਿਆਨ ਨਹੀਂ ਹੈ। ਦੱਸੋ ਕਿਰਪਾ ਕਿਵੇਂ ਹੋਈ? ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ, ਤੁਹਾਡਾ ਦਿਲ ਤੋੜਦਾ, ਉਹਨੂੰ ਬਾਂਹ ਤੋਂ ਫੜ ਕੇ ਪੁੱਛੋ, ਭਾਈ ਆ ਸਾਖੀ ਦੱਸ। ਗੁਰਦੁਆਰਾ ਚੁਬਾਰਾ ਸਾਹਿਬ ਇਹ ਸਾਖੀ ਬਕਾਇਦਾ ਸਾਡਾ ਇਤਿਹਾਸ ਹੈ। ਤੇ ਮਹਾਰਾਜ ਨੇ 22 ਸਾਲ ਉੱਥੇ ਗੁਰਤਾ ਗੱਦੀ ਕੀਤੀ, ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੀ ਮੌਤ ਆਪਦੇ ਮਾਂ ਪਿਓ ਦੇ ਸਾਹਮਣੇ ਨਹੀਂ ਹੋਊਗੀ। ਤੋ ਮਹਾਰਾਜ ਦੇ ਸਨਮੁਖ ਬੱਚਾ ਤਾਂ ਕੀ, ਕੋਈ ਪਸ਼ੂ ਪੰਛੀ ਵੀ ਨਹੀਂ ਸੀ ਮਰਿਆ, ਇੰਨੀ ਕਿਰਪਾ ਕਰ ਦਿੱਤੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਤੋਂ, ਉਹਨਾਂ ਦੇ ਚਰਨ ਪਰਸਣ ਤੋਂ ਉਹ ਮਾਈ ਦਾ ਮੁੰਡਾ ਜਿਉਂਦਾ ਹੋਇਆ। ਫਿਰ ਦਿੱਲੀ ਦੀ ਸਾਖੀ ਗੁਰਦੁਆਰਾ ਬੰਗਲਾ ਸਾਹਿਬ ਦੀ ਤਾਂ ਸਾਰਿਆਂ ਨੂੰ ਹੀ ਪਤਾ, ਛੋਟੇ ਜਿਹੇ ਬੱਚੇ ਨੂੰ, ਨਿਆਣੇ ਨੂੰ ਭਾਵੇਂ ਪੁੱਛ ਲਓ, ਬਾਂਹ ਤੋਂ ਫੜ ਕੇ। ਸ੍ਰੀ ਹਰਿਕ੍ਰਿਸ਼ਨ ਦਿਹਾਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਜਿਹੜਾ ਬੰਦਾ ਮਰਿਆ ਹੋਇਆ ਹੈ ਔਰ ਉਹਨੂੰ ਬੈੱਡ ਤੇ ਮੰਜੇ ਤੇ ਪਾ ਕੇ ਉਹਦੇ ਘਰ ਦੇ ਲਿਜਾ ਰਹੇ ਨੇ, ਉਹ ਜਪਜੀ ਸਾਹਿਬ ਕੀ ਪੜੂਗਾ ਦੱਸੋ? ਇਸ਼ਨਾਨ ਕੀ ਕਰੂਗਾ? ਅੰਮ੍ਰਿਤ ਕੀ ਛਕੂਗਾ? ਉਹ ਗਾਤਰਾ ਕੀ ਪਾਊਗਾ? ਰਹਿਤ ਕੀ ਰੱਖੂਗਾ? ਬੰਦਾ ਹੈ ਹੀ ਮਰਿਆ। ਮੁਰਦਿਆਂ ਨੂੰ, ਮਰਿਆਂ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਲਿਜਾਂਦੇ। ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦੀ ਇੰਨੀ ਤਾਕਤ ਸੀਗੀ ਵੀ ਉਹ ਦਰਸ਼ਨ ਕਰਦਿਆਂ ਸਾਰ, ਮੱਥੇ ਲੱਗਦਿਆਂ ਸਾਰ ਹੀ ਉਹ ਜਿਉਂਦੇ ਹੋ ਜਾਂਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਪੰਜ ਪਿਆਰੇ ਸਾਹਿਬਾਨ ਸਨ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਜਿਉਂਦੇ ਨਹੀਂ ਕੀਤਾ। ਅੰਮ੍ਰਿਤ ਦਾ ਬਾਟਾ ਪਹਿਲਾਂ ਤਿਆਰ ਨਹੀਂ ਹੋਇਆ, ਐਵੇਂ ਭੁਲੇਖੇ 'ਚ ਨਾ ਰਿਓ। ਕਈ ਮੇਰੇ ਵਰਗੇ ਅਣਜਾਣ ਵਿਦਵਾਨ ਇਹ ਗੱਲ ਕਹਿੰਦੇ ਨੇ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕੀਤਾ, ਤਿਆਰ ਕੀਤਾ ਹੋਇਆ ਅੰਮ੍ਰਿਤ ਦੇ ਛਿੱਟੇ ਪੰਜਾਂ ਪਿਆਰਿਆਂ ਤੇ ਪਾਏ ਤੇ ਫਿਰ ਉਹ ਜਿਉਂਦੇ ਕੀਤੇ। ਬਿਲਕੁਲ ਨਹੀਂ, ਗੱਲ ਗਲਤ ਹੈ। ਅੰਮ੍ਰਿਤ ਤਿਆਰ ਪੰਜਾਂ ਪਿਆਰਿਆਂ ਦੇ ਹਜ਼ੂਰੀ 'ਚ ਕੀਤਾ ਮਹਾਰਾਜ ਨੇ, ਇਕੱਲੇ ਅੰਮ੍ਰਿਤ ਤਿਆਰ ਨਹੀਂ ਕੀਤਾ। ਪੰਜਾਂ ਪਿਆਰਿਆਂ ਨੂੰ ਆਪਦੇ ਕੋਲ ਬਿਠਾਇਆ ਹੈ
ਉਹਨਾਂ ਨੂੰ ਬਾਣੀ ਸੁਣਾਈ ਹੈ, ਤਰੀਕਾ ਦੱਸਿਆ ਵੀ ਇੰਜ ਅੰਮ੍ਰਿਤ ਤਿਆਰ ਕਰਨਾ ਬਣਾਉਣਾ। ਪਹਿਲਾਂ ਮਹਾਰਾਜ ਨੇ ਆਪਦੀ ਤਲਵਾਰ ਨਾਲ ਉਹਨਾਂ ਦੇ ਸੀਸ ਧੜ ਨਾਲੋਂ ਅਲੱਗ ਜੁਦਾ ਕੀਤੇ। ਜੁਦਾ ਕਰਕੇ ਜਿਹੜੀ ਸਰਕਾਰੀ ਰਿਪੋਰਟ ਹੈ ਉਹ ਕਹਿੰਦੇ ਵੀ ਸਿਉਤੇ ਨੇ ਸੂਈ ਧਾਗੇ ਨਾਲ, ਜਿਸ ਤਰ੍ਹਾਂ ਡਾਕਟਰ ਆਪਰੇਸ਼ਨ ਕਰਕੇ ਟਾਂਕੇ ਲਾਉਂਦਾ। ਇਹ ਵੀ ਗੱਲ ਗਲਤ ਹੈ। ਸਰਕਾਰੀ ਰਿਪੋਰਟ ਵੀ ਸਿਉਤੇ ਨਹੀਂ, ਸਿਰ ਧੜ ਦੇ ਨਾਲ ਜਿਸ ਤਰ੍ਹਾਂ ਡਿੱਗੇ ਪਏ ਉਸੇ ਤਰ੍ਹਾਂ ਹੀ ਸੁੱਟੇ ਪਏ ਰਹੇ। ਉਹਨਾਂ ਨੂੰ ਮਹਾਰਾਜ ਨੇ ਹੱਥ ਨਹੀਂ ਲਾਇਆ। ਆਖਿਆ ਸੀਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਵੀ ਮਹਾਰਾਜ ਨੂੰ ਮੱਥਾ ਟੇਕੋ। ਜਿਹੜੇ ਤੁਹਾਡੇ ਸੀਸ ਨੇ ਇਹ ਗੁਰਦੁਆਰੇ ਦੀ ਭੇਟਾ ਕਰਨੇ ਨੇ। ਗੁਰੂ ਗੋਬਿੰਦ ਸਿੰਘ ਨੇ ਨਹੀਂ ਸੀਸ ਲਏ, ਕਿਸੇ ਦੇ ਮਨ 'ਚ ਭੁਲੇਖਾ ਨਾ ਰਹੇ। ਆਖਿਆ ਗੁਰੂ ਨਾਨਕ ਸਾਹਿਬ ਨੂੰ ਤੁਹਾਡੇ ਸੀਸਾਂ ਦੀ ਲੋੜ ਹੈ। ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਭੇਟਾ ਕਰਨੇ ਨੇ। ਮਹਾਰਾਜ ਦੇ ਸਨਮੁਖ ਸਿੰਘ ਝਟਕਾਏ ਨੇ, ਉਹਨਾਂ ਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਔਰ ਕੋਈ ਉਹਨਾਂ ਦੇ ਸਿਉਤੇ ਨਹੀਂ, ਕੋਈ ਕੱਪੜਾ ਨਹੀਂ ਪਾਇਆ। ਤੰਬੂ ਤੋਂ ਬਾਹਰ ਆਏ ਨੇ, ਆ ਕੇ ਆਵਾਜ਼ ਦਿੱਤੀ ਹੈ। ਆਖਿਆ ਮੇਰੇ ਪੰਜ ਪਿਆਰਿਓ ਦਰਸ਼ਨ ਦਿਓ। ਆਪਦੀ ਆਤਮਿਕ ਸ਼ਕਤੀ ਦੇ ਨਾਲ, ਆਪਦੀ ਨਿਗਾਹ ਦੇ ਨਾਲ, ਆਪਦੇ ਬੋਲਾਂ ਦੇ ਨਾਲ। ਸਾਧ ਸੰਗਤ ਜੀ, ਮਹਾਰਾਜ ਦੇ ਬਚਨਾਂ 'ਚ ਇੰਨਾ ਅੰਮ੍ਰਿਤ ਸੀਗਾ, ਗੁਰੂ ਜੀ ਦੀ ਦ੍ਰਿਸ਼ਟੀ 'ਚ ਅਮਰ ਸੀਗਾ। ਸਤਿਗੁਰ ਮੇਰਾ ਮਾਰਜ ਵੱਲ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਪਹਿਲਾਂ ਤੁਸੀਂ ਦੇਖੋਗੇ ਤਾਂ ਹੀ ਗਾਓਗੇ। ਜਬ ਦੇਖਾ ਤਬ ਗਾਵਾ, ਤੋ ਜੇ ਵੇਖਿਆ ਨਹੀਂ ਤਾਂ ਗਾਓਗੇ ਕੀ। ਤੋ ਇਸ ਲਈ ਬਾਣੀ ਤਾਂ ਹੀ ਪੜਾਂਗੇ ਜੇ ਮਹਾਰਾਜ ਜੀ ਉੱਪਰੋਂ ਰੁਮਾਲਾ ਲਾਵਾਂਗੇ। ਰੁਮਾਲਾ ਹੀ ਨਹੀਂ ਲਾਇਆ, ਮਹਾਰਾਜ ਨੂੰ ਦੇਖਿਆ ਨਹੀਂ ਤੇ ਬਾਣੀ ਕੀ ਪੜੋਗੇ। ਤੇ ਇਸ ਵਾਸਤੇ ਦਰਸ਼ਨ ਲਾਜ਼ਮੀ ਨੇ। ਪੰਜਾਂ ਪਿਆਰਿਆਂ ਨੂੰ ਸੁਰਜੀਤ ਕਰਕੇ ਅਮਰ ਛਕਾ ਕੇ ਮਹਾਰਾਜ ਨੇ ਸਿੰਘ ਸਜਾਇਆ। ਹੁਣ ਤੁਸੀਂ ਮੈਨੂੰ ਜਵਾਬ ਦੇ ਕੇ ਜਾਇਓ ਵੀ ਦਰਸ਼ਨਾਂ ਦਾ ਲਾਭ ਹੈ ਜਾਂ ਨਹੀਂ ਹੈ, ਮੱਥਾ ਟੇਕਣ ਦਾ ਫਾਇਦਾ ਹੈ ਜਾਂ ਨਹੀਂ ਹੈ। ਭਾਵੇਂ ਆਗੇ ਫੇਰਾ ਹੀ ਮਾਰ ਜਾਓ, ਪਰ ਹੈ ਕੰਪਲਸਰੀ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਵਿਨਾਸ਼ੈ। ਪੋਹਮ ਨਾਮ ਧਰਤੀ, ਧਰਤੀ ਹੈ ਸਰੀਰ ਦੀ, ਸਰੀਰ ਦੇ ਪਾਪ ਨਾਸ਼ ਹੋ ਜਾਂਦੇ। ਗੁਰ ਅਮਰਦਾਸ ਪਰਸੀਐ, ਪਰਸੀ ਦਾ ਹੱਥਾਂ ਨਾਲ ਦਰਸ਼ਨ ਅੱਖਾਂ ਨਾ ਕਰੀ ਦੇ। ਨੇਤਰੀ ਸਤਿਗੁਰ ਪੇਖਣਾ, ਸ਼ਰਮਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਵਿਨਾਸ਼ੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ। ਗੁਰ ਅਮਰਦਾਸ ਪਰਸੀਐ ਕਹਿੰਦੇ ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਧਿਆਨ ਹੀ ਨਹੀਂ ਨਾ ਸਾਡਾ ਜੁੜਦਾ, ਕਹਿੰਦੇ ਸਾਡਾ ਮਨ ਨਹੀਂ ਜੁੜਦਾ। ਗੁਰਦੁਆਰੇ ਆ ਕੇ ਬੈਠ ਕੇ ਕੋਈ ਸਿਮਰਨ ਭਜਨ ਕੀਰਤਨ ਦੇ ਵਿੱਚ ਕੋਈ ਗੁਰੂ ਮਹਾਰਾਜ ਦਾ ਨਾਮ ਲਓ, ਮਨ ਕਿਉਂ ਨਹੀਂ ਜੁੜੂਗਾ। ਤੇ ਪਉ ਮੁੱਕੇ ਦਾ ਮਤਲਬ ਹੈ ਕਿ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਸ਼ਾ ਜਲ ਭੱਟ ਜੀ ਕਹਿੰਦੇ ਨੇ, ਕਹਿੰਦੇ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ। ਤੇ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਵਿਨਾਸ਼ੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕੀ ਆਸਾਸ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ। ਗੁਰ ਅਮਰਦਾਸ ਪਰਸੀਐ ਆਪਉ ਲੱਭੈ ਗਉ ਚੁੱਕੈ। ਨਿਰਭਉ ਪਰਮਾਤਮਾ ਲੱਭ ਜਾਂਦਾ, ਆਵਾਗੁਣ ਚੁੱਕ ਜਾਂਦਾ। ਇੱਕ ਬਿਨ ਦੋ ਗਣ ਜੋ ਤੋ ਰਹਿ, ਜਾਸ ਮੰਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ। ਗੁਰ ਅਮਰਦਾਸ ਪੜੋ ਪੰਕਤੀ। ਇੱਥੇ ਨਹੀਂ ਲਿਖਿਆ ਵੀ ਜਪਜੀ ਸਾਹਿਬ ਪੜ੍ਹੇ ਜਾਂ ਅੰਮ੍ਰਿਤ ਛਕੇ ਜਾਂ ਕੋਈ ਕੀਰਤਨ ਜਾਂ ਕੋਈ ਕਥਾ ਕਰੇ। ਬਹੁਤਾ ਗਿਆਨ ਧਿਆਨ ਲੋੜ ਹੀ ਨਹੀਂ। ਮਹਾਰਾਜ ਦੇ ਦਰਸ਼ਨਾਂ 'ਚ ਹੀ ਬੜੀ ਬਰਕਤ ਹੈ। ਗੁਰ ਅਮਰਦਾਸ ਡਿੱਠੇ ਮਿਲੇ। ਡਿੱਠੇ ਦਾ ਮਤਲਬ ਸਿੱਧਾ ਸਾਫ ਹੈ, ਮੋਟਾ ਜਿਹਾ ਵੀ ਦਰਸ਼ਨ ਕਰਨ ਤੋਂ ਇੰਨੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਤੇ ਜਿਹੜੇ ਆ ਕੇ ਜਪਜੀ ਸਾਹਿਬ ਸੁਖਮਨੀ ਸਾਹਿਬ ਪਾਠ ਪੜ੍ਹਦੇ ਨੇ, ਦੁੱਖ ਭੰਜਨੀ ਦਾ ਪਾਠ ਤੇ ਹੋਰ ਭਗਤੀ ਕਰਦੇ, ਮਾਲਾ ਫੇਰਦੇ, ਅੰਮ੍ਰਿਤ ਛਕ ਕੇ ਰਹਿਤ ਰੱਖਦੇ ਨੇ, ਉਹਨਾਂ ਨੂੰ ਕਿੰਨੀਆਂ ਬਰਕਤਾਂ ਮਿਲਦੀਆਂ। ਉਹ ਅੱਜ ਦੀ ਕਥਾ 'ਚ ਆਪਾਂ ਨਹੀਂ ਕਰ ਪਾਵਾਂਗੇ, ਉਹ ਮਹਾਰਾਜ ਨੂੰ ਹੀ ਪਤਾ ਹੈ। ਬਾਕੀ ਮੈਂ ਤਾਂ ਦਰਸ਼ਨਾਂ ਦੀ ਸ਼ੋਭਾ ਕਰ ਰਿਹਾ ਸੀਗਾ ਜਿੰਨੀ ਕੁ ਯਾਦ ਆਈ ਹੈ। ਬਾਕੀ ਟਾਈਮ ਵੀ ਮੇਰਾ ਮੁੱਕ ਗਿਆ। ਆਓ ਹੁਣ ਪਿਆਰ ਨਾਲ ਅੱਗੇ ਚੱਲੀਏ ਜੀ। ਮਹਲਾ ਪੰਜਵਾ। ਫਿਰ ਵਰਦੋ ਗੁਰਦਰਸ਼ਨ।
ਗੁਰਦਰਸ਼ਨ ਦੇਖ ਨਿਹਾਲੀ। ਸੋ ਆਪਾਂ ਲੜੀਵਾਰ ਕਥਾ ਦੌਰਾਨ ਇਸ ਪੰਕਤੀ ਦੇ ਆਧਾਰਿਤ ਵਿਚਾਰ ਕਰ ਰਹੇ ਸੀ ਕਿ ਗੁਰਾਂ ਦਾ ਦਰਸ਼ਨ ਵੇਖ ਕੇ ਚਿੱਤ ਦੀ ਬਿਰਤੀ ਦੁੱਖਾਂ ਤੋਂ ਰਹਿਤ ਹੋ ਜਾਂਦੀ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਅੱਠ ਮੰਜਾਹੂ ਹਿਰਦੇ ਦੇ ਵਿੱਚੋਂ ਹੀ, ਸੋ ਹਠ ਨਾਮ ਹੈ ਹਿਰਦੇ ਦਾ, ਹਿਰਦੇ ਦੇ ਵਿੱਚੋਂ ਹੀ ਲਹਿੰਦੇ ਦੇਸ਼ ਦੀ ਬੋਲੀ ਹਿਰਦੇ ਨੂੰ ਹਠ ਕਹਿੰਦੇ ਨੇ। ਮੈਂ ਮਾਣਕ ਲੱਦਾ, ਮੈਨੂੰ ਮਾਣਕ ਰੂਪ ਬ੍ਰਹਮ ਲੱਭ ਗਿਆ ਹੈ, ਜਾਂ ਸ਼ਰਵਣ ਮਨ ਨਿਧਿਆਸਨ ਰੂਪ ਮਾਣਕ ਨੂੰ ਲੱਭ ਲਿਆ ਹੈ। ਮੁੱਲ ਨਾ ਕਿੱਦਾ, ਕਿਸੇ ਪਾਸੋਂ ਮੁੱਲ ਨਹੀਂ ਮੈਂ ਲਿਆ। ਮੈਂ ਕੋ ਸਤ ਗੁਰ ਦਿੱਤਾ, ਮੇਰੇ ਤਾਈਂ ਸਤਿਗੁਰਾਂ ਨੇ ਦਇਆ ਦ੍ਰਿਸ਼ਟੀ ਕਰਕੇ ਗੋਡ ਗਿਫਟ ਦਿੱਤਾ ਹੈ। ਢੂੰਡ ਵੰਜਾਈ, ਵੇਦਾਂ ਸ਼ਾਸਤਰਾਂ ਦੇ ਰਾਹੀਂ ਖੋਜ ਕਰਨ ਦੀ ਇੱਛਾ ਹੁਣ ਹਿਰਦੇ ਵਿੱਚੋਂ ਚਲੀ ਗਈ ਹੈ। ਥੀਆ ਥਿਤਾ, ਹਰ ਮਨ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਸਥਿਤ ਹੋ ਗਿਆ ਹੈ। ਜਨਮ ਪਦਾਰਥ, ਜੋ ਇਹ ਨਿਸ਼ਕਾਮ ਕਰਮਾਂ ਦੇ ਸਦਕਾ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਸੀ। ਨਾਨਕ ਜਿੱਤਾ, ਸਤਿਗੁਰੂ ਜੀ ਕਥਨ ਕਰਦੇ ਨੇ, ਉਸ ਨੂੰ ਮੈਂ ਗੁਰੂ ਉਪਦੇਸ਼ ਦੁਆਰਾ ਨਾਮ ਜਪ ਕੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜਿੱਤ ਲਿਆ, ਭਾਵ ਸਫਲ ਕਰ ਲਿਆ ਹੈ। ਔਰੀ ਜਿਸ ਕਾ ਮਸਤਕ ਕਰਮ ਹੋਏ। ਪੰਜਵੇਂ ਪਾਤਸ਼ਾਹ ਜੀ ਪੌੜੀ ਵਿੱਚ ਫਰਮਾਉਂਦੇ ਨੇ ਕਿ ਜਿਸ ਦੇ ਮੱਥੇ ਤੇ ਸ਼੍ਰੋਮਣੀ ਭਾਗ ਹੁੰਦੇ ਹਨ, ਸੋ ਸੇਵਾ ਲਾਗਾ, ਉਹ ਪੁਰਖ ਪੂਰੇ ਸਤਿਗੁਰੂ ਦੀ ਸੇਵਾ ਟਹਿਲ ਵਿੱਚ ਲੱਗਦਾ ਹੈ। ਸੋ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ। ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਦਸਤਾਰ ਬੰਦੀ ਹੋਈ ਸੀ, ਉਦੋਂ ਇਹ ਹੁਕਮਨਾਮਾ ਆਇਆ ਸੀ, ਗੌੜੀ ਮਹੱਲਾ ਪੰਜਵਾ। ਸੋ ਜਿਸ ਕੈ ਮਸਤਕ ਭਾਗ ਸੀ ਸੇਵਾ ਲਾਇਆ, ਇਉਂ ਸੋ ਜਿਹਦੇ ਮੱਥੇ ਦੇ ਸ਼੍ਰੋਮਣੀ ਭਾਗ ਹੁੰਦੇ ਨੇ ਉਹ ਸੇਵਾ ਵਿੱਚ ਲੱਗਦਾ ਹੈ। ਜਿਸ ਗੁਰ ਮਿਲ ਕਮਲ ਪ੍ਰਗਾਸਿਆ, ਟਹਿਲ ਮਹਿਲ ਤਾਕੋ ਮਿਲੈ ਜਾਕੋ ਸਾਧ ਕਿਰਪਾਲ। ਸੋ ਜਿਸ ਦਾ ਪੂਰੇ ਸਤਿਗੁਰੂ ਨਾਲ ਮਿਲ ਕੇ ਹਿਰਦਾ ਰੂਪੀ ਕਮਲ ਬ੍ਰਹਮ ਗਿਆਨ ਰੂਪ ਸੂਰਜ ਦੇ ਚੜ੍ਹਨੇ ਕਰਕੇ ਕਰੁਣਾ ਮੈਤਰੀ ਮੁਦਤਾ ਅਪੇਖਿਆ ਰੂਪ ਪੰਖੜੀਆਂ ਦੇ ਸਹਿਤ ਪ੍ਰਕਾਸ਼ ਹੋ ਆਇਆ ਖੇਡਾਇਆ ਹੈ। ਉਹ ਅਨ ਦਿਨ ਜਾਗਾ, ਉਹ ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗਿਆ ਹੈ। ਲੱਗਾ ਰੰਗ ਚਰਨਾਰ ਬਿੰਦ, ਜਿਸ ਦਾ ਗੁਰਾਂ ਜਾਂ ਪਰਮੇਸ਼ਰ ਦੇ ਚਰਨ ਗਮਨਾਂ ਨਾਲ ਪ੍ਰੇਮ ਲੱਗਿਆ ਹੈ। ਸਭ ਭਰਮ ਭਾਉ ਭਾਗਾ, ਉਸ ਦਾ ਸਾਰਾ ਭਰਮ ਤੇ ਡਰ ਭੱਜ ਗਿਆ, ਨਿਵਰਤ ਹੋ ਗਿਆ ਹੈ। ਆਤਮ ਜਿੱਤਾ ਗੁਰਮਤੀ, ਜਿਸ ਨੇ ਗੁਰ ਸਿੱਖਿਆ ਦੁਆਰਾ ਆਪਣੇ ਮਨ ਨੂੰ ਜਿੱਤਿਆ ਹੈ। ਇੱਥੇ ਆਤਮ ਦਾ ਅਰਥ ਆਤਮਾ ਨਹੀਂ, ਮਨ ਹੈ। ਆ ਗੰਜਤ ਪਾਗਾ, ਉਸ ਨੇ ਕੱਟਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਾ ਲਿਆ ਹੈ। ਜਿਸ ਹੈ ਧਿਆਇਆ ਪਾਰ ਬ੍ਰਹਮ, ਜਾਂ ਤਪ ਦੁਆਰਾ ਗਿਆਨ ਰੂਪੀ ਫਲ ਪਾਇਆ, ਜਿਸ ਨੇ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਧਿਆਇਆ ਹੈ। ਸੋ ਕਾਲ ਮਹਿ ਤਾਗਾ, ਸੋ ਕਲਯੁਗ ਦੇ ਵਿੱਚ ਅਸਥਿਤ ਹੋਇਆ, ਬਾਕੀ ਸਭ ਮਰ ਕੇ ਨਾਸ਼ ਹੋਣ ਵਾਲੇ ਹਨ, ਉਹ ਅਸਥਿਤ ਰੂਪ ਹੈ। ਉਹ ਕਲਯੁਗ ਦੇ ਵਿੱਚ ਤਤ ਸਰੂਪ ਦਾ ਗਿਆਤਾ ਹੈ। ਜਿਵੇਂ ਸੋਚ 'ਚ ਤਾਗਾ ਮਿਲਿਆ ਹੁੰਦਾ, ਇਉਂ ਕਲਯੁਗ ਦੇ ਵਿੱਚ ਚੇਤਨ ਰੂਪ ਨਾਲ ਸੋ ਸੋਤ ਦੀ ਤਰ੍ਹਾਂ ਤਾਣੀ ਪੇਟੇ ਤਰ੍ਹਾਂ ਮਿਲਿਆ ਹੋਇਆ। ਸਾਧੂ ਸੰਗਤ ਨਿਰਮਲਾ, ਸਾਧੂਆਂ ਦੀ ਸੰਗਤ ਕਰਕੇ ਹੀ ਮਨ ਉਜਲ ਹੋਇਆ ਹੈ। 860 ਮਜ ਨਾਗਾ, ਜਿਸ ਦਾ ਉਜਲ ਹੋਇਆ ਹੈ ਮਨ, ਉਹਨੂੰ 68 ਤੀਰਥਾਂ ਦੇ ਜਾਣ ਦੀ ਲੋੜ ਨਹੀਂ। ਸੰਗਤ ਦੇ ਵਿੱਚ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਸ ਪ੍ਰਭ ਮਿਲਿਆ ਆਪਣਾ, ਸੋ ਆ ਸਾਹਮਣੇ ਨਿਹੰਗ ਸਿੰਘ ਬੈਠੇ ਨੇ, ਇਸ ਤਰ੍ਹਾਂ ਦੇ ਸਰੂਪ ਵਾਲੇ ਨਿਹੰਗ ਸਿੰਘ ਸ਼ਾਮੀ ਉਹ ਜਿੱਥੇ ਮੋਟਰਸਾਈਕਲ ਸਟੈਂਡ ਉੱਥੇ ਬੈਠੇ ਮੈਂ ਵੇਖਦਾ ਹੁੰਦਾ ਸੀਗਾ। ਸ਼ਾਮ ਨੂੰ ਕਥਾ ਕਰਕੇ ਨਿਕਲਣਾ,
ਸਰਵਣ ਨੇ ਆਪਦੇ ਮਾਂ ਪਿਓ ਨੂੰ ਮਹਿੰਗੀ ਚ ਪਾ ਕੇ ਕਾਹਦੇ ਲਈ ਯਾਤਰਾ ਕਰਾਈ ਸੀ? ਵੀ ਮੇਰੇ ਮਾਂ ਪਿਓ ਦੀਆਂ ਅੱਖਾਂ ਖੁੱਲ ਜਾਣ। ਪਤਾ ਹੈ ਨਾ ਤੁਹਾਨੂੰ ਵੀ ਦਸ਼ਰਥ ਦੇ ਤੀਰ ਦੇ ਨਾਲ ਉਹ ਵਿਚਾਰੇ ਅੰਨੇ ਹੀ ਮਰ ਗਏ ਸੀਗੇ, ਅੱਖਾਂ ਨਹੀਂ ਸੀ ਖੁੱਲੀਆਂ। ਮਤਲਬ 68 ਤੀਰਥਾਂ ਦੇ ਇਸ਼ਨਾਨ ਤੋਂ ਅੱਖਾਂ ਖੁੱਲ ਜਾਂਦੀਆਂ। ਉਹ ਨਿਹੰਗ ਸਿੰਘ ਨੂੰ ਮੈਂ ਆਪਦੀ ਅੱਖੀਂ ਵੇਖਿਆ। ਪਹਿਲਾਂ ਵੀ ਮੈਂ ਸੁਣਾਇਆ ਵੀ ਇੱਕ ਦਿਨ ਬੜਾ ਮੀਂਹ ਪੈ ਰਿਹਾ ਸੀ, ਮੈਨੂੰ ਤਰਸ ਆਇਆ। ਮੈਂ ਕਿਹਾ ਬਾਬਾ ਜੀ ਵੀ ਕਿੱਥੇ ਜਾਣਾ? ਵੀ ਮੈਂ ਤਾਂ ਜਾਣਾ ਹੀ ਆ, ਬੈਠੋ ਮੋਟਰਸਾਈਕਲ ਦੇ ਮਗਰ। ਮੈਂ ਵੇਖਿਆ ਵੀ ਉਹਨਾਂ ਨੂੰ ਦਿਖਦਾ ਨਹੀਂ ਸੀਗਾ, ਪੱਕੀ ਗੱਲ ਹੈ, ਅੱਖਾਂ ਤੋਂ ਮਨਾਖੇ ਸੀਗੇ, ਇੱਕ ਹੱਥ ਵੀ ਨਹੀਂ ਹੈ, ਹੈਂਡੀਕੈਪ। ਤੇ ਘਰ ਛੱਡ ਕੇ ਆਇਆ। ਉਹ ਬਥੇਰਾ ਕਹਿਣ ਵੀ ਇੱਥੇ ਤਾਰ ਦੇ ਉੱਥੇ ਤਾਰ ਦੇ। ਮੈਂ ਕਿਹਾ ਨਹੀਂ ਵੀ ਘਰ ਮੀਂਹ ਪੈ ਰਿਹਾ। ਤੇ ਮੁੜ ਕੇ ਮੈਂ ਨਿਕਲਿਆ ਤੇ ਮੈਨੂੰ ਫਤਿਹ ਬੁਲਾਈ। ਮੈਂ ਕਿਹਾ ਤੁਹਾਨੂੰ ਦਿਖਦਾ ਜੀ? ਕਹਿੰਦੇ ਉਦੋਂ ਨਹੀਂ ਸੀ ਦਿਖਦਾ, ਹੁਣ ਦੇਖਣ ਲੱਗ ਪਿਆ। ਮੈਂ ਕਿਹਾ ਵੀ ਕਿਵੇਂ? ਕਹਿੰਦੇ ਸ਼ਹੀਦਾਂ ਦੀ ਕਿਰਪਾ ਹੋਈ। ਉਹਨਾਂ ਕਿਸੇ ਨੂੰ ਬੁਲਾਉਣਾ ਨਹੀਂ, ਚਲਾਉਣਾ ਨਹੀਂ, ਕਿਸੇ ਕੋਲ ਮੰਗਣਾ ਨਹੀਂ। ਮਹਾਰਾਜ ਦਾ ਬਾਣਾ ਪਾਇਆ, ਮੰਗਣ ਤੋਂ ਬਾਣੇ ਨੂੰ ਲਾਜ ਲੱਗਦੀ ਹੈ। ਬੈਠੇ ਆਪਦੀ ਕਥਾ ਕੀਰਤਨ 'ਚ ਮਨ ਜੋੜੀ ਰੱਖਣਾ। ਤੇ ਪ੍ਰੇਮੀ ਵੈਸੇ ਪਿਆਰ ਨਾਲ ਸੇਵਾ ਕਰ ਦਿੰਦੇ ਨੇ, ਕਿਸੇ ਚੀਜ਼ ਦਾ ਘਾਟਾ ਨਹੀਂ ਜਾਂਦੀ। ਬਾਕੀ ਜੀ ਕਰਨਾ ਤਾਂ 2 ਰੋਟੀਆਂ ਲੈ ਜਾਣੀਆਂ, ਨਹੀਂ ਤੇ ਕਹਿੰਦੇ ਘਰ ਦੇ ਆਪੇ ਹੀ ਸੇਵਾ ਕਰਦੇ ਨੇ, ਉਹ ਕਿਰਪਾ ਹੈ। ਇੱਕ ਮੁੰਡਾ ਕਹਿੰਦੇ ਪਤਾ ਨਹੀਂ ਨਿਊਜ਼ੀਲੈਂਡ ਤੋਂ ਆਇਆ, ਸੁਹਾਣੇ ਦਾ। ਉਹ ਮੈਨੂੰ ਲੈ ਗਿਆ ਕਾਲ ਆਸ਼ਰਮ ਤੇ 60,000 ਰੁਪਇਆ ਲੱਗਾ। ਉਹ ਡਾਕਟਰਾਂ ਦੀ ਇਹੋ ਜਿਹੀ ਕਿਰਪਾ ਹੋਈ, ਉਹ ਨਿਗਾਹ ਜਿਹੜੀ ਪਿਛਲੀ ਸਕੈਮ ਹੋਊਗੀ, ਉਹ ਲੈਂਜ ਲੂਣ 'ਚ ਪਤਾ ਨਹੀਂ ਕੀ ਹੋਇਆ, ਕੀ ਉਹਨਾਂ ਨੇ ਪਾਇਆ, ਤੇ ਮੈਨੂੰ ਕਹਿੰਦੇ ਦੇਖਣ ਲੱਗ ਪਿਆ। ਮੈਂ ਤਾਂ ਗੁਰੂ ਦੀ ਕਿਰਪਾ ਹੀ ਸਮਝਦਾ। ਹੁਣ ਤੁਸੀਂ ਦੱਸੋ ਵੀ ਲਾਭ ਹੈ ਕਿ ਨਹੀਂ ਹੈ? ਸੁਣਿਆ 860 ਕਾ ਇਸ਼ਨਾਨ। ਸਾਧ ਸੰਗਤ ਜੀਓ, ਸੰਗਤ ਦੇ ਨਾਲ ਮਨ ਨਿਰਮਲ ਹੋ ਜਾਂਦਾ ਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਕਿਤੇ ਜਾਣ ਦੀ ਲੋੜ ਨਹੀਂ, ਇੱਥੇ ਬੈਠੇ ਹੀ ਤੁਸੀਂ ਲੈ ਸਕਦੇ ਹੋ। ਜਿਸ ਪ੍ਰਭ ਮਿਲਿਆ ਆਪਣਾ, ਜਿਹਨੂੰ ਆਪਣਾ ਗੁਰੂ ਗ੍ਰੰਥ ਸਾਹਿਬ ਮਿਲ ਪਿਆ, ਉਹਨੇ ਹੋਰ ਕਿੱਥੇ ਜਾਣਾ ਹੈ? ਵਾਧੂ ਦੀ ਭਟਕਣਾ ਹੈ। ਸੋ ਪੁਰਖ ਸੁਭਾਗਾ, ਉਸ ਪੁਰਖ ਨੂੰ ਸ੍ਰੇਸ਼ਟ ਭਾਗਾਂ ਵਾਲਾ ਜਾਣੋ। ਨਾਨਕ ਤਿਸ ਬਲਿਹਾਰਣ। ਸਤਿਗੁਰੂ ਮਹਾਰਾਜ ਕਥਨ ਕਰਦੇ, ਆਪਾਂ ਦਾ ਭਾਈ ਗੁਰੂ ਮਹਾਰਾਜ ਤੋਂ, ਗੁਰੂ ਗ੍ਰੰਥ ਸਾਹਿਬ ਤੋਂ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਅੱਜ ਤਾਂ ਅਸੀਸਾਂ ਦਿੰਦੇ ਹਾਂ ਵੀ ਮਹਾਰਾਜ ਜਿਉਂਦਾ ਰਹੋ। ਆਪਦੀ ਸੁੱਖਤਾ ਮੰਗਣੀ ਆ, ਮਹਾਰਾਜ ਤੂੰ ਵੀ ਸੁਖੀ ਰਹੋ, ਜਿਉਂਦਾ ਜਾਗਦਾ ਤੇਰੇ ਦਰਬਾਰ ਇੱਥੇ ਵਸਦੇ ਰਹਿਣ, ਸੰਗਤਾਂ ਆਉਂਦੀਆਂ ਰਹਿਣ, ਵਾਜੇ ਗਾਜੇ ਹੁੰਦੇ ਰਹਿਣ, ਤੇ ਸਾਡਾ ਵੀ ਗੁਜ਼ਾਰਾ ਹੁੰਦਾ ਰਹੇ। ਇਹ ਸੱਚੇ ਪਾਤਸ਼ਾਹ ਤੇਰੇ ਤੋਂ ਬਲਿਹਾਰ ਜਾਂਦੇ ਹਾਂ। ਜਿਸ ਵੱਡ ਭਾਗਾ, ਜਿਸ ਪਰਮੇਸ਼ਰ, ਜਿਸ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਇੰਨੇ ਵੱਡੇ ਸਾਡੇ ਭਾਗ ਬਣੇ ਨੇ। ਤੇਰੇ ਦਰਸ਼ਨ ਕਰਕੇ, ਤੇਰੀ ਸੰਗਤ ਕਰਕੇ ਸਾਡੇ ਵੀ ਭਾਗ ਉਤਮ ਹੋ ਗਏ। ਅਸੀਂ ਵੀ ਨਿਕੰਮੇ ਤੋਂ ਭਗਤੀ ਕਰਨ ਦੇ, ਕੁਛ ਬੋਲਣ ਦੇ ਯੋਗ ਬਣ ਗਏ। ਇਹ ਤੇਰੀ ਕਿਰਪਾ ਹੋਈ ਹੈ। ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਕੁਝ ਸਮਾਂ ਉੱਚਾ ਚਲਾ ਗਿਆ, ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਨੇ। ਜਿਸ ਪ੍ਰਭ ਮਿਲਿਆ ਆਪਣਾ, ਸੋ ਪੁਰਖ ਸੁਭਾਗਾ। ਨਾਨਕ ਤਿਸ ਬਲਿਹਾਰਣ, ਜਿਸ ਵੱਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।